ਹਿਰਦੈ ਗਰੀਬੀ ਬਸਾਵੈ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੈ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ, ਜੁਗ ਹੋ ਜੁਗ ਅਟਲ, ਸਰਵਰੇ ਕਾਇਨਾਤ ਦੇ ਮਾਲਕ, ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੰਧਿਆ ਵੇਲੇ ਦੇ ਨਾ ਪਾਵਨ ਦੀਵਾਨਾਂ ਦੇ ਅੰਦਰ ਜੁੜ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ, ਸਤਿਗੁਰਾਂ ਦੀ ਕਿਰਪਾ ਦੇ ਸਦਕਾ ਆਪ ਸੁਣ ਔਰ ਵਿਚਾਰ ਰਹੇ ਹੋ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦੇ ਅੰਦਰੋਂ ਇਨ੍ਹਾਂ ਪਾਵਨ ਦੀਵਾਨਾਂ ਦੇ ਅੰਦਰ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਆਪ ਜੀ ਇਨ੍ਹਾਂ ਦੀਵਾਨਾਂ ਵਿੱਚ ਪਿਛਲੇ ਸਮੇਂ ਤੋਂ ਲੈ ਕੇ ਸਰਵਣ ਕਰ ਰਹੇ ਹੋ। 12ਵੀਂ ਅਸ਼ਟਪਦੀ, ਜਿਸ ਅੰਦਰ ਸਤਿਗੁਰਾਂ ਦਾ ਬਖਸ਼ਿਸ਼ ਕੀਤਾ ਹੋਇਆ ਪਾਵਨ ਸ਼ਲੋਕ ਔਰ ਪਹਿਲਾ ਪਦਾ ਜਾਂ ਪਹਿਲੀ ਪੌੜੀ ਆਪ ਜੀ ਨੇ ਸਰਵਣ ਕੀਤੀ ਹੈ। ਇਸ ਅੰਦਰ ਦਾਤਾਰ ਪਿਤਾ ਜੀ ਨੇ ਇੱਕ ਤੇ ਨਿਮਰਤਾ ਦੇ ਵਿੱਚ ਜੀਵਨ ਜਿਉਣ ਵਾਲੇ ਗੁਰਮੁਖ ਜਨ ਦਾ ਜ਼ਿਕਰ ਕੀਤਾ ਹੈ, ਤੇ ਦੂਜੇ ਪਾਸੇ ਸਤਿਗੁਰ ਜੀ ਅਹੰਕਾਰ ਵਿੱਚ ਜੀਣ ਵਾਲੇ ਮਨੁੱਖ ਦਾ ਜ਼ਿਕਰ ਕਰਦੇ ਨੇ ਔਰ ਫਰਕ ਦੱਸਦਿਆਂ ਸਤਿਗੁਰ ਜੀ ਸਾਨੂੰ ਇਹ ਸਮਝਾਉਣਾ ਚਾਹੁੰਦੇ ਨੇ ਕਿ ਤੇਰੇ ਸਾਹਮਣੇ ਇਹ ਦੋ ਤਰ੍ਹਾਂ ਦਾ ਜੀਵਨ ਹੈ। ਇੱਕ ਨਿਮਰਤਾ ਵਿੱਚ ਜੀਵਨ ਜਿਉਣ ਵਾਲਿਆਂ ਦਾ ਹੈ ਤੇ ਦੂਸਰਾ ਅਹੰਕਾਰ ਵਿੱਚ ਜੀਵਨ ਜਿਉਣ ਵਾਲੇ ਨੇ। ਤੂੰ ਆਪਣੇ ਜੀਵਨ ਵਿੱਚ ਨਿਰਣਾ ਕਰਨਾ ਹੈ ਵੀ ਤੂੰ ਕਿਹੜੇ ਜੀਵਨ ਨੂੰ ਆਪਣੇ ਅੰਗ ਸੰਗ ਸਮਝ ਕੇ ਆਪਣੇ ਜੀਵਨ ਦਾ ਆਧਾਰ ਬਣਾ ਕੇ ਪ੍ਰੈਕਟੀਕਲ ਰੂਪ ਵਿੱਚ ਤੂੰ ਕਿਹੜੇ ਜੀਵਨ ਨੂੰ ਜਿਉਣਾ ਚਾਹੁੰਦਾ ਹੈ। ਇਹ ਗੱਲ ਚੇਤੇ ਰੱਖੀਏ ਸਾਧ ਸੰਗਤ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠਦੇ ਹਾਂ, ਸਾਹਿਬਾਂ ਦੀ ਪਾਵਨ ਬਾਣੀ ਸੁਣਦੇ ਹਾਂ ਤੇ ਅੰਮ੍ਰਿਤ ਬਾਣੀ ਜਿਹੜੀ ਹੈ ਉਹ ਹਰ ਉਸ ਮਨੁੱਖ ਨੂੰ ਸੰਬੋਧਨ ਹੈ ਜਿਹੜਾ ਬਾਣੀ ਸੁਣਦਾ ਤੇ ਜਿਹੜਾ ਬਾਣੀ ਪੜ੍ਹਦਾ। ਵੈਸੇ ਤੇ ਸਮੁੱਚੀ ਮਾਨਵਤਾ ਦੇ ਲਈ ਇਹ ਸਤਿਗੁਰਾਂ ਦਾ ਤਰਸ ਹੈ। ਇਹਨੂੰ ਤੇ ਸਾਹਿਬ ਨੇ ਆਖਿਆ, ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ। ਕਿਤੇ ਸਤਿਗੁਰ ਨੇ ਬਾਣੀ ਅੰਦਰ ਇਹ ਨਹੀਂ ਆਖਿਆ ਵੀ ਸਿੱਖ ਖਾਏਗਾ ਪੁੰਚੇਗਾ ਤੇ ਸਿਰਫ ਉਹਦਾ ਹੀ ਉਧਾਰ ਹੋਏਗਾ। ਇਹਨੂੰ ਪੜ੍ਹਨ ਵਾਲਾ ਕੋਈ ਵੀ ਮਨੁੱਖ ਹੈ
ਜਿਹੜਾ ਵੀ ਇਸ ਆਤਮਿਕ ਖਜ਼ਾਨੇ ਦੇ ਨਾਲ ਜੁੜੇਗਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਉਸ ਨੂੰ ਇਹਦੇ ਅੰਦਰੋਂ ਜਿਹੜੀ ਜੀਵਨ ਦੀ ਦਾਤ ਮਿਲੇਗੀ, ਉਸ ਜੀਵਨ ਨੂੰ ਸੰਸਾਰ ਦੇ ਅੰਦਰ ਆਮ ਜੀਵਨ ਦੇ ਨਾਲ ਬੰਦਾ ਕੰਪੇਅਰ ਨਹੀਂ ਕਰ ਸਕਦਾ। ਗੁਰਦੇਵ ਪਿਤਾ ਜੀ ਨੇ ਬਾਣੀ ਦੇ ਅੰਦਰ ਜਦੋਂ ਵੀ ਸਾਨੂੰ ਜੀਵਨ ਜਿਉਣ ਦੀ ਪ੍ਰੇਰਣਾ ਕੀਤੀ ਹੈ, ਤੁਸੀਂ ਬਾਣੀ ਦੇ ਇਹ ਬਚਨ ਰੋਜ਼ਾਨਾ ਪੜ੍ਹਦੇ ਹੋ, ਜਿੱਥੇ ਸਭ ਕਹਿੰਦੇ ਨੇ, ਹੇ ਮੇਰੇ ਮਾਲਕ, ਕੋਈ ਐਸਾ ਜਨ ਹੋਵੇ ਜਿਹੜਾ ਤੇਰੇ ਚਰਨਾਂ ਨਾਲ ਜੁੜਿਆ ਹੋਵੇ ਤੇ ਮੈਨੂੰ ਤੇਰੇ ਚਰਨਾਂ ਨਾਲ ਜੋੜ ਦੇ। ਉੱਥੇ ਨਹੀਂ ਆਖਿਆ ਵੀ ਸਤਿਗੁਰ ਜੀ ਉਹ ਜਨ ਕੈਸਾ ਹੋਵੇ, ਉਹ ਕਿਸ ਧਰਮ ਦਾ ਹੋਵੇ, ਉਹ ਕਿਸ ਜਾਤੀ ਦਾ ਹੋਵੇ, ਉਹ ਕਿਸ ਵਰਨ ਦਾ ਹੋਵੇ। ਇੱਥੇ ਪਾਤਸ਼ਾਹ ਜੀ ਦਾ ਉਪਦੇਸ਼ ਸਮੁੱਚੀ ਮਾਨਵਤਾ ਲਈ ਇੱਕ ਬਰਾਬਰ ਹੈ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸੁਭ ਰਸਨਾ, ਦੀਜੈ ਪ੍ਰਾਨ ਅਕੋਰ। ਅੱਜ ਜਿਹੜੇ ਬਚਨ ਸਤਿਗੁਰ ਨੇ ਬਖਸ਼ੇ ਨੇ, ਇੱਕ ਤੇ ਦਾਤਾਰ ਪਿਤਾ ਜੀ ਨੇ ਜ਼ਿਕਰ ਕੀਤਾ ਵੀ ਸੁਖੀ ਕੌਣ ਵਸਦੇ ਨੇ। ਵੇਖੋ, ਹਰ ਬੰਦਾ ਜਿਹੜਾ ਵੀ ਗੁਰੂ ਦੇ ਦਰ ਤੇ ਆਉਂਦਾ ਹੈ, ਸੰਸਾਰ ਦੇ ਅੰਦਰ ਜੀਵਨ ਜੀ ਰਿਹਾ ਹੈ, ਸਾਹ ਲੈ ਰਿਹਾ ਹੈ, ਹਰ ਬੰਦੇ ਦੀ ਇੱਕ ਖਾਹਿਸ਼ ਹੈ, ਇੱਕ ਤਮੰਨਾ ਹੈ, ਇੱਕ ਆਰਜ਼ੂ ਹੈ ਉਹਦੇ ਅੰਦਰ ਦੀ, ਕਿ ਉਹ ਜੀਵਨ ਦੇ ਅੰਦਰ ਕਦੀ ਦੁਖੀ ਨਾ ਹੋਵੇ। ਹਰ ਇਨਸਾਨ ਜਦੋਂ ਧਰਮ ਨਾਲ ਜੁੜਦਾ ਹੈ, ਧਾਰਮਿਕ ਦੁਆਰਿਆਂ ਤੇ ਜਾਂਦਾ ਹੈ, ਤੇ ਸ਼ਾਇਦ ਹਰ ਬੰਦੇ ਦੀ ਪਹਿਲੀ ਮੰਗ ਇਹੀ ਹੁੰਦੀ ਹੈ, ਮੈਂ ਸ਼ਾਇਦ ਸ਼ਬਦ ਵਰਤਿਆ ਕਿਉਂਕਿ ਵਿਰਲੇ ਨੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ। ਉਹ ਵਿਰਲੇ ਨੇ ਜਿਹੜੇ ਗੁਰੂ ਕੋਲ ਆ ਕੇ ਕਹਿਣ ਵੀ ਸਤਿਗੁਰ ਕਿਰਪਾ ਕਰੋ, ਮੇਰੇ ਹਿਰਦੇ ਵਿੱਚ ਤੁਹਾਡਾ ਨਾਮ ਵਸ ਜਾਏ, ਮੈਨੂੰ ਤੁਹਾਡੇ ਹੁਕਮ ਵਿੱਚ ਰਹਿਣ ਦੀ ਸੋਝੀ ਆ ਜਾਏ। ਪਰ ਮੈਂ ਆਮ ਕਾਮਨ ਬੰਦਿਆਂ ਦੀ ਗੱਲ ਕਰ ਰਿਹਾ, ਜਿੰਦੇ ਵਿੱਚ ਅਸੀਂ ਤੁਸੀਂ ਸਾਰੇ ਜੀ ਰਹੇ ਹਾਂ। ਸਾਡੀ ਪਹਿਲੀ ਮੰਗ ਹੁੰਦੀ ਹੈ ਸਤਿਗੁਰ ਦੇ ਚਰਨਾਂ ਵਿੱਚ ਵੀ, ਮੇਰੇ ਮਾਲਕ ਮੈਨੂੰ ਜੀਵਨ ਦੇ ਸੁੱਖ ਮਿਲਣ, ਮੈਂ ਸੁਖੀ ਹੋਵਾਂ, ਮੇਰਾ ਪਰਿਵਾਰ ਸੁਖੀ ਹੋਵੇ, ਮੇਰੇ ਬੱਚੇ ਸੁਖੀ ਹੋਣ, ਮੇਰਾ ਕਾਰੋਬਾਰ ਚੰਗਾ ਹੋਵੇ। ਵੈਸੇ ਹਰ ਚੀਜ਼ ਜਿਹੜੀ ਉਹ ਜੀਵਨ ਦੇ ਸੁੱਖ ਨਾਲ ਜੁੜੀ ਹੋਈ ਹੈ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਤੈਨੂੰ ਇਹ ਸਾਰੀਆਂ ਚੀਜ਼ਾਂ ਮਿਲ ਵੀ ਗਈਆਂ, ਤੈਨੂੰ ਚੰਗਾ ਪਰਿਵਾਰ ਵੀ ਮਿਲ ਜਾਏ, ਤੇਰੇ ਕੋਲੋਂ ਦੁਨੀਆ ਦੀਆਂ ਸਾਰੀਆਂ ਨਿਆਮਤਾਂ ਵੀ ਹੋਣ, ਘਰ-ਬਾਰ ਵੀ ਚੰਗਾ ਹੋਵੇ, ਖੇਤੀਬਾੜੀ ਜਾਂ ਸੰਸਾਰ ਦੇ ਰੁਤਬੇ ਜਾਂ ਸੰਸਾਰ ਦੀਆਂ ਵਡਿਆਈਆਂ ਜਾਂ ਸੰਸਾਰ ਦੇ ਬਿਜ਼ਨਸ ਵਪਾਰ ਸਭ ਕੁਝ ਤੇਰੇ ਕੋਲੋਂ ਚੰਗਾ ਹੋਵੇ, ਪਰ ਪਾਤਸ਼ਾਹ ਜੀ ਕਹਿੰਦੇ ਨੇ, ਪਰ ਸੋਚਣ ਵਾਲੀ ਗੱਲ ਹੈ ਵੀ ਇਹਨਾਂ ਚੀਜ਼ਾਂ ਨਾਲ ਕੀ ਤੂੰ ਸੁਖੀ ਹੋ ਸਕਦਾ ਹੈ? ਜੇ ਅਸੀਂ ਥੋੜਾ ਜਿਹਾ ਧਿਆਨ ਮਾਰੀਏ ਆਪਣੇ ਚੌਗਿਰਦੇ ਵਿੱਚ, ਕਿਉਂਕਿ ਸਾਧ ਸੰਗਤ ਬਾਣੀ ਨੂੰ ਅਸੀਂ ਪ੍ਰੈਕਟੀਕਲ ਰੂਪ ਵਿੱਚ ਸਮਝਣਾ, ਇਸ ਗੱਲ ਨੂੰ ਚੇਤੇ ਰੱਖੋ। ਜਦੋਂ ਬਾਣੀ ਪੜ੍ਹਦੇ ਹੋ ਨਾ, ਤੇ ਮੈਂ ਅਕਸਰ ਬੇਨਤੀ ਕਰਨਾ ਹੁੰਦਾ, ਬਾਣੀ ਪੜ੍ਹਦੇ ਆ, ਬਾਣੀ ਨੂੰ ਆਪਣੇ ਅੰਦਰ ਫੀਲ ਕਰਨਾ ਹੈ, ਆਪਣੇ ਅੰਦਰ ਉਹਨੂੰ ਸਮਝਣਾ ਹੈ, ਆਪਣੇ ਅੰਦਰ ਉਹਨੂੰ ਅਨੁਭਵ ਕਰਨਾ ਹੈ ਕਿ ਜਿਹੜੇ ਬਚਨ ਸਤਿਗੁਰ ਕਹਿ ਰਹੇ ਨੇ, ਉਹ ਬਚਨਾਂ ਦੇ ਉੱਤੇ ਮੈਂ ਕਿੱਥੇ ਖੜਾ ਹੋਇਆ ਤੇ ਸਮਾਜ ਜਾਂ ਚੁਗਿਰਦਾ ਕਿੱਥੇ ਖੜਾ ਹੋਇਆ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਇੱਕ ਬੜਾ ਪਿਆਰਾ ਬਚਨ ਆਪ ਪੜ੍ਹਦੇ ਹੋ। ਸਭ ਕਹਿੰਦੇ ਨੇ, ਸੁਖ ਨਾਹੀ ਬਹੁਤੈ ਧਨ ਖਾਟੈ। ਬੰਦਾ ਪਹਿਲੀ ਮੰਗ ਹੁੰਦੀ ਹੈ ਨਾ, ਧਨ ਬਹੁਤਾ ਮਿਲ ਜਾਏ। ਸ਼ਾਇਦ ਮੈਂ ਆਪਣੀ ਗੱਲ ਕਰਾਂ ਜਾਂ ਕਿਸੇ ਦੂਜੇ ਪਰਸਨ ਦੀ ਗੱਲ ਕਰਾਂ, ਪਹਿਲੀ ਮੰਗ ਤੇ ਸਤਿਗੁਰ ਦੇ ਚਰਨਾਂ ਵਿੱਚ ਧਨ ਦੀ ਹੈ ਵੀ ਮੇਰੇ ਮਾਲਕ ਧਨ ਮੇਰੇ ਕੋਲੋਂ ਬਹੁਤ ਹੋਵੇ। ਦੇਖੋ, ਮੰਗ ਕੋਈ ਸਤਿਗੁਰ ਨੇ ਨਹੀਂ ਆਖਿਆ ਵੀ ਤੂੰ ਗੁਰੂ ਦੇ ਚਰਨਾਂ ਵਿੱਚੋਂ ਆ ਕੇ ਮੰਗਣਾ। ਬਾਣੀ ਨੇ ਤੇ ਇੱਥੋਂ ਤੱਕ ਵੀ ਬਚਨ ਕਿਹਾ, ਸਭ ਕਹਿੰਦੇ ਨੇ, ਤੁਧ ਨੋ ਛੋਟ ਜਾਈਐ ਪ੍ਰਭ ਕਹਿ ਧਰ।
ਸਤਿਗੁਰ ਤੈਨੂੰ ਛੱਡ ਕੇ ਕਿੱਧਰ ਜਾਈਏ? ਜੇ ਮੰਗਣਾ ਹੈ ਤੇ ਤੇਰੇ ਚਰਨਾਂ ਵਿੱਚੋਂ ਹੀ ਮੰਗਣਾ ਹੈ। ਜੇ ਇਹ ਆਖੀਏ ਵੀ ਨਹੀਂ ਮੰਗਣਾ ਹੀ ਨਹੀਂ ਤੇ ਸਤਿਗੁਰ ਫਿਰ ਤੈਨੂੰ ਛੱਡ ਕੇ ਕਿੱਧਰ ਜਾਈਏ? ਮੰਗਣਾ ਤੇ ਆਖਰ ਇੱਥੋਂ ਹੀ ਹੈ ਨਾ। ਪਰ ਪਾਤਸ਼ਾਹ ਜੀ ਨੇ ਜਿਹੜੀ ਗੱਲ ਬਾਣੀ ਦੇ ਵਿੱਚ ਕੀਤੀ ਹੈ, ਸਤਿਗੁਰ ਕਹਿੰਦੇ ਨੇ ਜੇ ਮੰਨ ਲਓ ਤੈਨੂੰ ਬਹੁਤਾ ਧਨ ਵੀ ਮਿਲ ਜਾਏ, ਕਿਉਂਕਿ ਮੰਗਣਾ ਸਤਿਗੁਰ ਨੇ ਬਾਣੀ ਦੇ ਅੰਦਰ ਆਖਿਆ ਵੀ ਬੁਰਾ ਨਹੀਂ ਹੈ, ਪਰ ਤੇਰੀ ਮੰਗ ਜਾਇਜ਼ ਹੋਣੀ ਚਾਹੀਦੀ ਹੈ। ਆਪਾਂ ਰੋਜ਼ ਭਗਤਾਂ ਦੀ ਬਾਣੀ ਪੜ੍ਹਦੇ ਆ, ਸ਼ਾਮ ਨੂੰ ਆਰਤੀ ਦੇ ਵਿੱਚ ਤੁਸੀਂ ਰੋਜ਼ ਬਚਨ ਪੜ੍ਹਦੇ ਹੋ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਦਾ। ਸਤਿਗੁਰ ਮੈਂ ਤੇਰਾ ਆਜ਼ਿਜ਼ ਹਾਂ, ਮੈਂ ਤੇਰਾ ਮੰਗਤਾ ਹਾਂ। ਆਰਤਾ ਦਾ ਮਤਲਬ ਹੈ ਮੰਗਤਾ। ਸਤਿਗੁਰ ਮੈਂ ਤੇਰਾ ਮੰਗਤਾ ਹਾਂ, ਪਰ ਮੈਨੂੰ ਤੇਰੇ ਚਰਨਾਂ ਵਿੱਚੋਂ ਚਾਹੀਦਾ ਕਿ ਇਹ ਭਗਤ ਜੀ ਕਹਿੰਦੇ ਨੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਦਾਲ ਸਿੱਧਾ ਮੰਗੋ ਕੀਓ, ਹਮਰਾ ਖੁਸ਼ੀ ਕਰੈ ਨਿਤ ਜੀਓ। ਪਨੀਆਂ ਸ਼ਾਦਨ ਨੀਕਾ ਅਨਾਜ ਮੰਗੋ ਸਤ ਸੀਕ। ਜਿਨ੍ਹਾਂ ਬਚਨਾਂ ਦੀ ਡੂੰਘਾਈ ਵਿੱਚ ਜਾਓਗੇ ਨਾ, ਸਤਿਗੁਰ ਨੇ ਬਾਣੀ ਵਿੱਚ ਇਹ ਨਹੀਂ ਆਖਿਆ ਵੀ ਅਨਾਜ ਮੈਨੂੰ ਫ੍ਰੀ ਵਿੱਚ ਮਿਲ ਜਾਏ। ਬਾਬਾ ਜੀ ਕਹਿੰਦੇ ਨੇ ਅਨਾਜ ਮੰਗੋ ਸਤ ਸੀਕ। ਸਤ ਸੀ ਦਾ ਅਰਥ ਕੀਤਾ ਹੈ 7 ਵਾਰੀ ਵਾਹੀ ਹੋਈ ਜ਼ਮੀਨ। ਜਦੋਂ ਜ਼ਿਮੀਂਦਾਰ ਖੇਤੀ ਕਰਦਾ ਨਾ ਤੇ ਉਹ ਜਦੋਂ ਇੱਕ ਵਾਰ ਵਾਹੁੰਦਾ ਤੇ ਉਹਨੂੰ ਕਹਿੰਦਾ ਇੱਕ ਸੀ ਲਾਈ ਹੈ। ਧਿਆਨ ਦੇਣਾ, ਜਦੋਂ ਖੇਤੀ ਵਾਹੁੰਦਾ ਹੈ ਨਾ, ਜ਼ਮੀਨ ਨੂੰ ਵਾਹੁੰਦਾ ਹੈ ਤੇ ਉਹ ਕਹਿੰਦਾ ਮੈਂ ਇੱਕ ਸੀ ਲਾਇਆ। 2 ਵਾਰੀ ਵਾਹੁੰਦਾ ਤੇ ਕਹਿੰਦਾ 2 ਸੀਆਂ ਲੱਗੀਆਂ ਨੇ। ਹਰ ਫਸਲ ਨੂੰ ਬੀਜਣ ਦੇ ਲਈ ਉਸ ਧਰਤੀ ਨੂੰ ਕਿਸ ਹੱਦ ਤੱਕ ਮੁਲਾਇਮ ਕਰਨਾ, ਉਹਨੂੰ ਵਾਹਣਾ ਹੈ, ਇਹ ਜ਼ਿਮੀਂਦਾਰ ਜਾਣਦਾ ਹੈ। ਉਹਨੂੰ ਪਤਾ ਹੈ ਜੇ ਅੰਦਰ ਕਣਕ ਬੀਜਣੀ ਹੈ ਤੇ ਕਿੰਨੀ ਵਾਰ ਵਾਹਣੀ ਹੈ, ਕਿੰਨੀਆਂ ਸੀਆਂ ਲੱਗਣੀਆਂ ਨੇ। ਜੇ ਅੰਦਰ ਝੋਨਾ ਬੀਜਣਾ ਹੈ, ਜਿਹਨੂੰ ਅਸੀਂ ਚਾਵਲ ਕਹਿੰਦੇ ਆ, ਫਿਰ ਕਿੰਨੀ ਵਾਰ ਵਾਹਣਾ ਹੈ। ਇੱਕ ਜ਼ਿਮੀਂਦਾਰ ਇਸ ਗੱਲ ਨੂੰ ਜਾਣਦਾ ਹੈ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਅਨਾਜ ਮੰਗੋ ਸਤ ਸੀਕ। ਇੱਕ ਵਾਰ ਨਹੀਂ 7 ਵਾਰ ਵਾਹੀ ਹੋਈ ਜ਼ਮੀਨ। ਭਾਵ ਇਹ ਨਹੀਂ ਵੀ ਮੈਂ ਸਤਿਗੁਰ ਤੇਰੇ ਚਰਨਾਂ ਵਿੱਚ ਕਵਾਂ ਵੀ ਮੈਨੂੰ ਵਿਹਲੇ ਨੂੰ ਤੂੰ ਦੇ ਦੇ ਖਾਣ ਦੇ ਲਈ। ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਮਿਹਨਤ ਦੇ ਨਾਲ, ਮਸ਼ੱਕਤ ਦੇ ਨਾਲ ਇੰਨਾ ਕੁ ਮਿਲ ਜਾਏ ਕਿ ਮੈਨੂੰ ਕਿਸੇ ਹੋਰ ਦੇ ਅੱਗੇ ਹੱਥ ਨਾ ਅੱਡਣਾ ਪਵੇ, ਇਹ ਨਾ ਕਹਿਣਾ ਪਵੇ ਵੀ ਤੂੰ ਮੈਨੂੰ ਦੇ। ਵੈਸੇ ਬਾਬਾ ਫਰੀਦ ਸਾਹਿਬ ਜੀ ਨੇ ਜਿਨ੍ਹਾਂ ਨੇ ਹੱਥ ਅੱਡੇ ਉੱਥੇ ਵੀ ਕਹਿ ਦਿੱਤਾ। ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਬਾਰ ਪਰੈ ਬੈਸਨਾ ਸਾਈ ਮੁਝੈ ਨਾ ਦੇ। ਮੇਰੇ ਸਤਿਗੁਰ ਕਿਸੇ ਦੂਜੇ ਦੇ ਦਰ ਵੱਲ ਵੇਖਣਾ ਪਵੇ, ਕਿਸੇ ਦੂਜੇ ਦੇ ਹੱਥ ਵੱਲ ਵੇਖਣਾ ਪਵੇ, ਮੈਨੂੰ ਐਸਾ ਜੀਵਨ ਨਾ ਦੇਈ। ਸਤਿਗੁਰ ਮੈਂ ਤੇਰੇ ਚਰਨਾਂ ਦੇ ਵਿੱਚੋਂ ਮੰਗਿਆ, ਪਰ ਮੰਗਿਆ ਉਹਨਾਂ ਜਿੰਨੀ ਮੇਰੀ ਜ਼ਰੂਰਤ ਹੈ। ਮੈਨੂੰ ਕਿਸੇ ਹੋਰ ਦੇ ਚਰਨਾਂ ਦਾ ਮੁਹਤਾਜ ਨਾ ਬਣਨਾ ਪਵੇ। ਜੇ ਐਸਾ ਸਬਬ ਬਣ ਜਾਏ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਜੇ ਐਸਾ ਸਬਬ ਬਣੇ ਤੇ ਜੀਓ ਸ਼ਰੀਰੋਂ ਲੈ। ਸਤਿਗੁਰ ਜੀ ਸਰੀਰ ਵਿੱਚੋਂ ਜਿੰਦ ਚਲੀ ਜਾਏ ਉਦੋਂ ਚੰਗੀ ਗੱਲ ਹੈ। ਖੈਰ ਮੈਂ ਬਚਨਾਂ ਵੱਲ ਪਰਤਾਂ, ਜਿਹੜੇ ਬਚਨ ਆਪਾਂ ਸਾਂਝੇ ਕਰ ਰਿਹਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਬਚਨ ਨੇ ਸਾਹਿਬ ਕਹਿੰਦੇ ਨੇ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ। ਪਾਤਸ਼ਾਹ ਕਹਿੰਦੇ ਨੇ ਸੁਖ ਨਹੀਂ ਬਹੁਤੇ ਧਨ ਖਟੈ। ਕਿੱਥੋਂ ਮਿਲੇਗਾ ਸੁਖ? ਗੁਰਦੇਵ ਪਿਤਾ ਜੀ ਨੇ ਪਹਿਲੀ ਗੱਲ ਕੀਤੀ ਹੈ ਸੁਖੀ ਬਸੈ ਮਸਕੀਨੀਆਂ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਕਹਿੰਦੀ ਹੈ ਸੁਖ ਨਾਹੀ ਬਹੁਤੇ ਧਨ ਖਟੈ, ਸੁਖ ਨਾਹੀ ਪੇਖੈ ਨ੍ਰਿਤ ਨਾਟੈ, ਸੁਖ ਨਾਹੀ ਬਹੁ ਦੇਸ਼ ਕਮਾਵੇ। ਪਾਤਸ਼ਾਹ ਕਹਿੰਦੇ ਨੇ ਤੂੰ ਇੱਕ ਦੇਸ਼ ਨਹੀਂ ਬਹੁ ਦੇਸ਼ ਕਮਾਵੇ। ਬੜੇ ਦੇਸ਼ਾਂ ਦੇ ਵਿੱਚ ਤੇਰੇ ਕਾਰੋਬਾਰ ਚੱਲਦੇ ਹੋਣ, ਬੜੇ ਦੇਸ਼ਾਂ ਤੋਂ ਤੈਨੂੰ ਇਨਕਮ ਵੀ ਆਉਂਦੀ ਹੋਵੇ, ਪਰ ਪਾਤਸ਼ਾਹ ਕਹਿੰਦੇ ਨੇ ਸੁਖ ਨਾਹੀ ਬਹੁ ਦੇਸ਼ ਕਮਾਏ, ਸਰਬ ਸੁਖਾਂ ਹਰ ਹਰ ਗੁਣ ਗਾਏ। ਪਾਤਸ਼ਾਹ ਕਹਿੰਦੇ ਨੇ ਸੁਖ ਕਿੰਦੇ ਵਿੱਚ ਹੈ? ਸੁਖ ਹੈ ਪਰਿਪੂਰਨ ਪਰਮਾਤਮਾ ਦੇ ਅੰਮ੍ਰਿਤ ਨਾਮ ਦੇ ਵਿੱਚ। ਸੁਖ ਹੈ ਉਹਦੇ ਅੰਮ੍ਰਿਤ ਹੁਕਮ ਨੂੰ ਸਮਝਣ ਦੇ ਵਿੱਚ। ਸੁਖ ਹੈ ਉਹਦੇ ਹੁਕਮ ਦੇ ਅਨੁਸਾਰ ਜੀਵਨ ਜਿਉਣ ਦੇ ਵਿੱਚ। ਧਿਆਨ ਦੇਣਾ, ਜਦੋਂ ਬਾਣੀ ਦੇ ਵਿੱਚ ਨਾਮ ਦੀ ਗੱਲ ਆਉਂਦੀ ਹੈ ਨਾ ਤੇ ਸਿੱਧਾ ਸ਼ਬਦ ਨੂੰ ਨਾਮ ਨੂੰ ਹੁਕਮ ਨਾਲ ਜੋੜ ਲਿਆ ਜੇ ਬਸ। ਸਤਿਗੁਰਾਂ ਦਾ ਹਰ ਸ਼ਬਦ ਆਪਣੇ ਆਪ ਸਮਝ ਵਿੱਚ ਆ ਜਾਏਗਾ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਬਚਨ ਸਾਹਿਬ ਕਹਿੰਦੇ ਨੇ ਮੇਰੇ ਮਾਲਕ ਸੁਖੀ ਬਸੈ ਮਸਕੀਨੀਆਂ। ਮਸਕੀਨੀਆਂ ਦੇ ਅਖਰੀ ਅਰਥ ਹੁੰਦੇ ਨੇ ਜਿਹੜਾ ਨਿਮਰ ਸੁਭਾਅ ਵਾਲਾ ਹੋਵੇ, ਨਿਮਰਤਾ ਵਿੱਚ ਰਹਿਣ ਵਾਲਾ ਹੋਵੇ। ਮਸਕੀਨ ਦਾ ਮਤਲਬ ਹੁੰਦਾ ਹੈ ਨਿਮਰ,
ਨਿਮਰਤਾ ਵਿੱਚ ਰਹਿਣ ਵਾਲਾ, ਨਿਮਰ ਸੁਭਾਅ ਵਿੱਚ ਜੀਵਨ ਜੀਣ ਵਾਲਾ, ਜਿਹਨੂੰ ਗਰੀਬੀ ਸੁਭਾਅ ਕਿਹਾ ਬਾਣੀ ਦੇ ਵਿੱਚ, ਜਿਹਨੂੰ ਪਾਤਸ਼ਾਹ ਬਾਣੀ ਵਿੱਚ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗਰੀਬੀ ਗਦਾ ਹਮਾਰੀ। ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੂੰ ਪੁੱਛਿਆ, ਦਾਤਾਰ ਪਿਤਾ ਤੁਹਾਡੇ ਕੋਲ ਕਿਹੜਾ ਸ਼ਸਤਰ ਹੈ? ਸਭ ਕਹਿਣ ਲੱਗੇ ਸਾਡੇ ਕੋਲ ਉਹ ਸ਼ਸਤਰ ਹੈ ਜਿੰਦੇ ਅੱਗੇ ਕੋਈ ਵੀ ਨਹੀਂ ਟਿਕ ਸਕਦਾ। ਦੁਨੀਆ ਦੇ ਸ਼ਸਤਰ ਮੈਦਾਨੇ ਜੰਗ ਵਿੱਚ ਜੂਝਦਿਆਂ ਫੇਲ ਹੋ ਜਾਂਦੇ ਨੇ, ਖੁੰਡੇ ਹੋ ਜਾਂਦੇ ਨੇ, ਪਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸਾਡੇ ਕੋਲ ਉਹ ਸ਼ਸਤਰ ਹੈ ਜਿਸ ਸ਼ਸਤਰ ਦੇ ਨਾਲ ਹਰ ਇੱਕ ਨੂੰ ਜਿੱਤਿਆ ਜਾ ਸਕਦਾ ਹੈ। ਪਾਤਸ਼ਾਹ ਜੀ ਉਹ ਕਿਹੜਾ ਸ਼ਸਤਰ ਹੈ? ਸਾਹਿਬ ਕਹਿੰਦੇ ਨੇ ਗਰੀਬੀ ਗਦਾ ਹਮਾਰੀ। ਸਾਹਿਬ ਕਹਿੰਦੇ ਨੇ ਸਾਡੇ ਕੋਲੋਂ ਨਿਮਰ ਸੁਭਾਅ ਦੀ ਗਦਾ ਹੈ, ਇਸ ਆਗੇ ਕੋ ਨਾ ਟਿਕੈ ਵਿਕਾਰੀ। ਪਾਤਸ਼ਾਹ ਕਹਿੰਦੇ ਨੇ ਇਹਦੇ ਅੱਗੇ ਕੋਈ ਬੰਦਾ ਨਹੀਂ, ਕੋਈ ਵਿਕਾਰ ਨਹੀਂ ਟਿਕਦਾ। ਬੰਦਾ ਬਾਹਰੋਂ ਵੱਡੇ ਵੱਡੇ ਮੈਦਾਨ ਜਿੱਤ ਲੈਂਦਾ ਹੈ, ਪਰ ਸੱਚ ਜਦੋਂ ਆਪਣੇ ਤੇ ਗੱਲ ਆਉਂਦੀ ਉਦੋਂ ਆਪਣੇ ਆਪ ਤੋਂ ਹੀ ਹਾਰ ਜਾਂਦਾ ਹੈ। ਦੇਖੋ ਬਾਣੀ ਅੰਦਰ ਜਦੋਂ ਸੂਰਮੇ ਦੀ ਡੈਫੀਨੇਸ਼ਨ ਆਪਾਂ ਪੜ੍ਹਦੇ ਹਾਂ, ਤੁਸੀਂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਬੜੀ ਵਾਰੀ ਪੜ੍ਹਿਆ। ਸਾਹਿਬ ਕਹਿੰਦੇ ਨੇ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ। ਪਾਤਸ਼ਾਹ ਕਹਿੰਦੇ ਨੇ ਜਿਹਦੇ ਅੰਦਰ ਪ੍ਰਮਾਤਮਾ ਦੇ ਨਾਮ ਦਾ ਪਿਆਰ ਪੈਦਾ ਹੋਇਆ ਉਹ ਸੂਰਮਾ ਹੈ। ਸਤਿਗੁਰ ਐਸਾ ਕਿ ਉਹ ਸੂਰਮਾ ਤੇ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਸਰੀਰ ਕਰਕੇ ਬਲਵਾਨ ਹੋਵੇ, ਹਸ਼ਟ ਪੁਸ਼ਟ ਹੋਵੇ, ਮੈਦਾਨ ਵਿੱਚ ਖੜਾ ਹੋਵੇ, ਕੋਈ ਉਹਦੇ ਅੱਗੇ ਨਾ ਟਿਕੇ। ਦਾਤਾਰ ਪਿਤਾ ਕਹਿੰਦੇ ਨੇ ਐਸੇ ਸੂਰਮੇ ਵੀ ਮੈਦਾਨੇ ਜੰਗ ਵਿੱਚ ਭੱਜਦੇ ਵੇਖੇ ਨੇ, ਲੜ ਕੇ ਮੈਦਾਨੇ ਜੰਗ ਜਿੱਤਦੇ ਵੀ ਵੇਖੇ ਨੇ, ਪਰ ਸਤਿਗੁਰ ਕਹਿੰਦੇ ਨੇ ਦੁਨੀਆ ਨੂੰ ਜਿੱਤਣ ਵਾਲੇ ਕਈ ਵਾਰੀ ਆਪਣੇ ਆਪ ਤੋਂ ਹੀ ਹਾਰ ਜਾਂਦੇ ਨੇ। ਧਿਆਨ ਦੇਣਾ, ਆਪਣੇ ਆਪ ਨੂੰ ਜਿੱਤਣਾ ਬੜਾ ਔਖਾ ਹੈ, ਆਪਣੇ ਮਨ ਨਾਲ ਜੂਝਣਾ ਬੜਾ ਔਖਾ ਹੈ। ਇਸ ਕਰਕੇ ਬਾਣੀ ਨੇ ਜਿਹੜਾ ਆਪਣੇ ਮਨ ਨਾਲ ਜੂਝਦਾ ਉਹਨੂੰ ਵੀ ਸੂਰਮਾ ਆਖਿਆ। ਗੁਰਦੇਵ ਪਿਤਾ ਜੀ ਨੇ ਬਚਨ ਕੇ ਸਤਿਗੁਰ ਕਹਿੰਦੇ ਨੇ ਸੁਖੀ ਬਸੈ ਮਸਕੀਨੀਆਂ ਨਿਮਰ ਸੁਭਾਅ ਵਿੱਚ, ਜਿਹੜਾ ਗਰੀਬੀ ਦੇ ਵਿੱਚ ਜੀਂਦਾ ਹੈ ਸਤਿਗੁਰ ਕਹਿੰਦੇ ਨੇ ਆਪ ਨਿਵਾਰ ਤਲੇ। ਪਾਤਸ਼ਾਹ ਕਹਿੰਦੇ ਨੇ ਜਿਹੜਾ ਆਪਣਾ ਆਪਾ ਭਾਵ ਦੂਰ ਕਰ ਦਿੰਦਾ ਹੈ। ਤਲੇ ਦਾ ਮਤਲਬ ਹੈ ਨੀਵਾਂ, ਤਲਾ ਕਹਿੰਦੇ ਨੇ ਨੀਵੇਂ ਨੂੰ, ਥੱਲੇ ਬਹਿਣਾ, ਥੱਲੇ ਤੋਂ ਸ਼ਬਦ ਅਸੀਂ ਤਲਾ ਕਹਿ ਦਿੰਦੇ ਹਾਂ। ਤਲਾ ਕਿਸੇ ਚੀਜ਼ ਦਾ ਨੀਚਾ ਹਿੱਸਾ ਜਿਹੜਾ ਹੁੰਦਾ ਉਹਨੂੰ ਤਲਾ ਕਿਹਾ ਜਾਂਦਾ ਹੈ। ਸਤਿਗੁਰ ਕਹਿੰਦੇ ਨੇ ਜਿਹੜਾ ਆਪ ਗਰੀਬੀ ਵਿੱਚ ਜੀਂਦਾ ਹੈ, ਆਪਣਾ ਆਪਾ ਭਾਵ ਦੂਰ ਕਰਕੇ ਨੀਵਾਂ ਹੋ ਕੇ ਜੀਂਦਾ ਹੈ, ਸਤਿਗੁਰ ਕਹਿੰਦੇ ਨੇ ਉਹ ਆਤਮਿਕ ਤੌਰ ਤੇ ਸਦਾ ਸੁਖੀ ਹੁੰਦਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਇਸ ਪਾਵਨ ਬਾਣੀ ਦੇ ਸ਼ਲੋਕ ਵਿੱਚ ਜਿਹੜਾ ਬਚਨ ਕਰਦੇ ਨੇ, ਪਾਤਸ਼ਾਹ ਕਹਿੰਦੇ ਨੇ ਸੁਖੀ ਉਹ ਹੈ। ਧਿਆਨ ਦੇਣਾ, ਹੁਣ ਆਹ ਪਰਿਭਾਸ਼ਾ ਮੈਂ ਆਪਣੇ ਜੀਵਨ ਵਿੱਚ ਗੁਰੂ ਦੇ ਚਰਨਾਂ ਵਿੱਚੋਂ ਲੈ ਕੇ ਜਾਣੀ ਹੈ, ਪਰ ਮੈਨੂੰ ਮਾਫ ਕਰ ਦਿਆ ਜੇ ਸੁਖਮਨੀ ਸਾਹਿਬ ਜੀ ਦੀ ਬਾਣੀ ਪੜ੍ਹਨੇ ਬਹੁਤਾਂ ਸੀ ਔਰ ਕਹਿੰਦੇ ਵੀ ਆ ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਸੁੱਖਾਂ ਦੀ ਮਣੀ ਹੈ। ਪਰ ਧਿਆਨ ਦੇਣਾ, ਸੁੱਖਾਂ ਦੀ ਮਣੀ ਪੜ੍ਹਨ ਵਾਲੇ ਘਰ ਦੇ ਵਿੱਚ, ਜਿਹੜੇ ਘਰ ਵਿੱਚ 4-4 ਪਾਠ ਹੁੰਦੇ ਨੇ, ਮੈਨੂੰ ਮਾਫ ਕਰ ਦੇਣਾ ਉਸ ਘਰ ਵਿੱਚ ਸ਼ਾਮ ਨੂੰ ਆਪਸ ਵਿੱਚ ਆਪਸੀ ਕਲੇਸ਼ ਤੇ ਲੜਾਈਆਂ ਦੀਆਂ ਆਵਾਜ਼ਾਂ ਵੀ ਸੁਣਾਈ ਦਿੰਦੀਆਂ ਨੇ। ਕਿਉਂ ਦਿੰਦੀਆਂ ਨੇ? ਸਭ ਤੇ ਕਹਿ ਰਹੇ ਨੇ ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਵੋ। ਸਤਿਗੁਰ ਕਹਿੰਦੇ ਨੇ ਮੈਂ ਤੇ ਕਿਹਾ ਸੀ ਤੂੰ ਸਿਮਰ ਸਿਮਰ ਕੇ ਆਪਣੇ ਅੰਦਰੋਂ ਕਲੇਸ਼ ਮਿਟਾ ਦੇ, ਪਰ ਇਹਦਾ ਮਤਲਬ ਹੈ ਮੈਂ ਪੜ੍ਹਿਆ ਹੀ ਕੋਈ ਨਹੀਂ, ਮੈਂ ਸਮਝਿਆ ਹੀ ਕੋਈ ਨਹੀਂ, ਮੈਂ ਸਿਰਫ ਗੁਰਬਾਣੀ ਨੂੰ ਰਿਪੀਟ ਕੀਤਾ ਹੈ। ਮੈਨੂੰ ਮਾਫ ਕਰ ਦੇਣਾ, ਕਿਸੇ ਚੀਜ਼ ਨੂੰ ਜਦੋਂ ਭਾਵਨਾ ਨਾਲ ਵਾਰ-ਵਾਰ ਪੜ੍ਹਦੇ ਹੋ ਉਸ ਚੀਜ਼ ਦਾ ਅਸਰ ਤਦ ਵੀ ਤੁਹਾਡੇ ਮਨ ਤੇ ਹੁੰਦਾ ਹੈ, ਪਰ ਜਦੋਂ ਇੱਕ ਚੀਜ਼ ਸਿਰਫ ਭੇਖ ਬਣ ਜਾਂਦੀ ਹੈ ਨਾ, ਫਿਰ ਉਹਦਾ ਅਸਰ ਨਹੀਂ ਜੇ ਹੁੰਦਾ। ਉਹ ਚੀਜ਼ ਭਾਵੇਂ ਕਿੰਨੀ ਵੀ ਪਵਿੱਤਰ ਕਿਉਂ ਨਾ ਹੋਵੇ, ਕਿਉਂਕਿ ਮੈਂ ਪੜ੍ਹੀ ਉਹਨੂੰ ਭੇਖ ਵਿੱਚ ਰਿਹਾ, ਮੇਰੇ ਮਨ ਦੇ ਅੰਦਰ ਉਹਨੂੰ ਪੜ੍ਹਨ ਦੀ ਭਾਵਨਾ ਹੀ ਕੋਈ ਨਹੀਂ। ਇਹੀ ਕਾਰਨ ਸੀ ਜਦੋਂ ਅਸੀਂ ਥੋੜਾ ਪਿੱਛੇ ਬਜ਼ੁਰਗਾਂ ਦੇ ਜੀਵਨ ਨੂੰ ਵੇਖਦੇ ਹਾਂ, ਬੇਸ਼ੱਕ ਉਹਨਾਂ ਨੂੰ ਗੁਰਬਾਣੀ ਨਹੀਂ ਸੀ ਪੜ੍ਹਨੀ ਆਉਂਦੀ, ਉਹ ਪੰਜਾਬੀ ਨਹੀਂ ਵੀ ਸਨ ਪੜ੍ਹੇ ਹੋਏ, ਪਰ ਉਹ ਗੁਰਬਾਣੀ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣਦੇ ਸਨ ਤੇ ਕਿੰਨੀ ਕਿੰਨੀ ਬਾਣੀ ਉਹਨਾਂ ਨੂੰ ਕੰਠ ਹੋ ਜਾਂਦੀ ਸੀ। ਕਿਉਂ ਜਾਂਦੀ ਸੀ? ਕਿਉਂਕਿ ਉਹਨਾਂ ਦੇ ਅੰਦਰ ਭਾਵਨਾ ਹੁੰਦੀ ਸੀ। ਉਹ ਵਾਹਿਗੁਰੂ ਵੀ ਕਹਿੰਦੇ ਸਨ ਤੇ ਵਾਹਿਗੁਰੂ ਬੋਲਦਿਆਂ ਵੀ ਉਹਨਾਂ ਦੇ ਅੰਦਰ ਦਾ ਪਿਆਰ ਉਹਨਾਂ ਦੇ ਅੰਦਰੋਂ ਝਲਕਦਾ ਸੀ। ਉਹਨਾਂ ਦੇ ਅੰਦਰ ਕੋਈ ਅਡੰਬਰ ਨਹੀਂ ਸੀ ਹੁੰਦਾ, ਕੋਈ ਪਰਪੰਚ ਨਹੀਂ ਸੀ ਹੁੰਦਾ। ਪਰ ਜੇ ਪਰਪੰਚ ਵਸ ਕੀਤਾ ਜਾਏ ਕਰਮ, ਮੇਰੇ ਸਤਿਗੁਰ ਕਹਿੰਦੇ ਨੇ ਉਹ ਕਦੀ ਫਲੀਭੂਤ ਨਹੀਂ ਹੁੰਦਾ। ਇਸੇ ਕਰਕੇ ਸਾਹਿਬ ਜੀ ਕਹਿ ਰਹੇ ਨੇ ਜਿਨ੍ਹਾਂ ਨੇ ਆਪਣੇ ਆਪੇ ਨੂੰ ਨਿਵਾਰਿਆ, ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਉਹ ਜੀਵਨ ਦੇ ਅੰਦਰ ਸਦਾ ਹੀ ਸੁਖੀ ਵਸਦੇ ਨੇ। ਉਹਨਾਂ ਨੂੰ ਦੁਨੀਆ ਦੀ ਕੋਈ ਚੀਜ਼ ਦੁਖੀ ਨਹੀਂ ਕਰ ਸਕਦੀ। ਜਿਨ੍ਹਾਂ ਦੇ ਆਪਣੇ ਆਪੇ ਭਾਵ ਨੂੰ ਅੰਦਰੋਂ ਮਿਟਾ ਲਿਆ ਹੈ, ਜਿਨ੍ਹਾਂ ਦੇ ਕੋਲੋਂ ਗਰੀਬੀ ਵਾਲਾ ਸੁਭਾਅ ਆ ਗਿਆ ਹੈ, ਸਤਿਗੁਰ ਕਹਿੰਦੇ ਨੇ ਦੁਨੀਆ ਦੀ ਕੋਈ ਚੀਜ਼ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੀ।
ਤੁਸੀਂ ਪਿਛਲੇ ਦਿਨਾਂ ਵਿੱਚ ਸਾਹਿਬਜ਼ਾਦਿਆਂ ਦੀਆਂ ਬਾਤਾਂ ਪਾ ਕੇ ਗਏ ਹੋ, ਆਪਣੇ ਬਾਬਿਆਂ ਦੀਆਂ ਗੱਲਾਂ ਕਰਕੇ ਗਏ ਹੋ। ਥੋੜੀ ਜਿਹੀ ਤਵੱਜੋ ਦਿਆ ਜੇ ਜਿਹੜੇ ਬਚਨ ਸਤਿਗੁਰੂ ਨੇ ਕਹੇ ਨੇ, ਕਿਉਂਕਿ ਇਹਨੂੰ ਸਮਝ ਲਈਏ ਫਿਰ ਪੌੜੀ ਦੀ ਆਪਾਂ ਵਿਚਾਰ ਅੱਗੇ ਆਰੰਭ ਕਰਾਂਗੇ। ਅਖਰੀ ਅਰਥ, ਜਦੋਂ ਤੁਸੀਂ ਸਾਹਿਬਜ਼ਾਦਿਆਂ ਦੀ ਗੱਲ ਕਰਦੇ ਹੋ, ਤੁਸੀਂ ਵੇਖੋ ਸੂਬੇ ਦੀ ਕਚਹਿਰੀ ਲੱਗੀ ਹੋਈ ਹੈ, ਇੱਕ ਵੀ ਬੰਦਾ ਐਸਾ ਨਹੀਂ ਖੜਾ ਉਸ ਕਚਹਿਰੀ ਦੇ ਅੰਦਰ ਜਿਹੜਾ ਸਾਹਿਬਜ਼ਾਦਿਆਂ ਦੀ ਹਾਮੀ ਭਰਨ ਵਾਲਾ ਹੋਵੇ। ਤੇ ਉਸ ਕਚਹਿਰੀ ਦੇ ਅੰਦਰ ਖੜੇ ਕੌਣ ਨੇ? ਇੱਕ 7 ਸਾਲ ਦੀ ਉਮਰ ਦਾ ਹੈ, ਇੱਕ 9 ਸਾਲ ਦੀ ਉਮਰ ਦਾ ਹੈ। ਦੁਨੀਆ ਦੀ ਨਿਗਾਹ ਵਿੱਚ ਉਹ ਬੱਚੇ ਨੇ। ਜਦੋਂ ਵਜ਼ੀਰ ਨੇ ਇਹ ਗੱਲ ਵੇਖੀ ਨਾ ਵੀ ਬੱਚੇ ਹੱਥ ਵਿੱਚ ਆ ਗਏ ਨੇ, ਬੜਾ ਖੁਸ਼ ਹੋਇਆ ਹੋਏਗਾ ਵੀ ਹਾਂ ਇਹਨਾਂ ਨੂੰ ਮਨਾਉਣਾ ਬੜਾ ਸੁੱਖ ਹੈ। ਪਰ ਧਿਆਨ ਦਿਆ ਜੇ ਮੇਰੇ ਸਤਿਗੁਰ ਕਹਿੰਦੇ ਨੇ, ਸੁਖੀ ਬਸੇ ਮਸਕੀਨੀਆਂ ਆਪ ਨਿਵਾਰ ਤਲੇ। ਦੁਨੀਆ ਦੀ ਕਿਹੜੀ ਚੀਜ਼ ਹੈ ਜਿਹੜੀ ਉਹਨਾਂ ਦੇ ਕਦਮਾਂ ਵਿੱਚ ਨਹੀਂ ਰੱਖੀ ਗਈ? ਡਰ ਬਾਅਦ ਵਿੱਚ ਹੁੰਦਾ ਹੈ, ਪਹਿਲਾਂ ਲਾਲਚ ਹੁੰਦਾ ਹੈ। ਕਿੰਨੇ ਲਾਲਚ ਦਿੱਤੇ, ਕਿੰਨਾ ਕੁਝ ਦਿੱਤਾ ਗਿਆ ਉਹਨਾਂ ਨੂੰ ਵੀ ਆਹ ਤੁਹਾਨੂੰ ਦੇ ਦਿਆਂਗੇ, ਆਹ ਦੇ ਦਿਆਂਗੇ, ਇਸ ਚੀਜ਼ ਵਿੱਚ ਤੁਹਾਨੂੰ ਇੰਨਾ ਕੁਝ ਮਿਲ ਜਾਏਗਾ। ਪਰ ਧਿਆਨ ਦੇਣਾ, ਲਾਲਚ ਵੀ ਦਿੱਤੇ, ਡਰਾਵੇ ਵੀ ਦਿੱਤੇ, ਦੁੱਖ ਵੀ ਦਿੱਤੇ, ਤਕਲੀਫਾਂ ਵੀ ਦਿੱਤੀਆਂ, ਯਤਨ ਹਰ ਕਰ ਲਿਆ, ਪਰ ਉਹਨਾਂ ਦੇ ਜਿਹੜਾ ਅੰਦਰ ਦਾ ਨਿਮਰ ਸੁਭਾਅ, ਅੰਦਰ ਦੀ ਜਿਹੜੀ ਖੁਸ਼ੀ ਸੀ, ਅੰਦਰ ਦਾ ਜਿਹੜਾ ਸੁੱਖ ਸੀ, ਕਿ ਉਹ ਸਾਰੀ ਕਚਹਿਰੀ ਵਿੱਚ ਖੜੇ ਹੋਏ ਲੋਕ ਉਸ ਅੰਦਰ ਦੇ ਸੁੱਖ ਨੂੰ ਦੁੱਖ ਵਿੱਚ ਬਦਲ ਸਕੇ? ਨਹੀਂ ਬਦਲ ਸਕੇ। ਮੇਰੇ ਸਤਿਗੁਰ ਕਹਿੰਦੇ ਨੇ, ਤੇਰੇ ਕੋਲੋਂ ਜਿਹੜਾ ਤੂੰ ਬਾਣੀ ਦੇ ਵਿੱਚੋਂ ਵਿਚਾਰ ਲੈਣੀ ਹੈ, ਜਿਹਨੂੰ ਆਪਣੇ ਜੀਵਨ ਵਿੱਚ ਤੂੰ ਅਡਾਪਟ ਕਰਨਾ ਹੈ, ਸਤਿਗੁਰ ਕਹਿੰਦੇ ਨੇ ਉਹਨੂੰ ਆਪਣੇ ਜੀਵਨ ਵਿੱਚ ਤੂੰ ਸਮਝਦਾ ਕਿਉਂ ਨਹੀਂ? ਇਸੇ ਕਰਕੇ ਪਾਤਸ਼ਾਹ ਕਹਿੰਦੇ ਨੇ, ਹੁਣ ਦੂਜੇ ਪਾਸੇ ਸਤਿਗੁਰ ਕਹਿੰਦੇ ਨੇ, ਬੜੇ ਬੜੇ ਅਹੰਕਾਰੀਆਂ ਸਭ ਕਹਿੰਦੇ ਨੇ, ਹੁਣ ਉਹਨਾਂ ਵੱਲ ਵੇਖ ਜਿਨ੍ਹਾਂ ਨੇ ਬੜਾ ਅਹੰਕਾਰ ਕੀਤਾ ਜੀਵਨ ਵਿੱਚ, ਜਿਨ੍ਹਾਂ ਨੂੰ ਕੋਈ ਰੁਤਬਾ ਮਿਲਿਆ ਤਾਂ ਅਹੰਕਾਰ, ਕੋਈ ਚੀਜ਼ ਹੱਥ ਵਿੱਚ ਆ ਗਈ ਤਾਂ ਅਹੰਕਾਰ। ਸਤਿਗੁਰ ਕਹਿੰਦੇ ਨੇ, ਜਿਹੜੇ ਅਹੰਕਾਰ ਵਿੱਚ ਜੀਵਨ ਜੀਣ ਵਾਲੇ ਸਨ, ਨਾਨਕ ਗਰਭ ਗਲੇ। ਸਤਿਗੁਰ ਕਹਿੰਦੇ ਨੇ ਉਹ ਗਰਭ ਦੇ ਵਿੱਚ, ਅਹੰਕਾਰ ਦੇ ਵਿੱਚ ਗਲ ਗਏ। ਗਲ ਗਏ ਦਾ ਮਤਲਬ ਗਲਣਾ ਨਹੀਂ ਜਿਵੇਂ ਕਾਗਜ਼ ਗਲ ਜਾਂਦਾ ਹੈ। ਗਲ ਗਏ ਦਾ ਮਤਲਬ ਹੈ ਜਿਹੜੇ ਉਹਨਾਂ ਦੇ ਅੰਦਰ ਦੀਆਂ ਚੰਗਿਆਈਆਂ ਸਨ, ਗੁਣ ਸਨ, ਸਤਿਗੁਰ ਕਹਿੰਦੇ ਨੇ ਉਹਨਾਂ ਦਾ ਸਦਾਚਾਰ, ਉਹਨਾਂ ਦੇ ਅੰਦਰ ਦੇ ਗੁਣ, ਉਹਨਾਂ ਦੇ ਅੰਦਰ ਦੀਆਂ ਜਿਹੜੀਆਂ ਕੁਆਲਿਟੀਆਂ ਸੀ, ਸਤਿਗੁਰ ਕਹਿੰਦੇ ਨੇ ਉਹ ਖਤਮ ਹੋ ਗਈਆਂ। ਜਿਨ੍ਹਾਂ ਦੇ ਅੰਦਰ ਅਹੰਕਾਰ ਆ ਗਿਆ, ਜਿਨ੍ਹਾਂ ਨੇ ਆਪਣੇ ਅੰਦਰ ਅਹੰਕਾਰ ਪੈਦਾ ਕਰ ਲਿਆ ਕਿਸੇ ਵੀ ਚੀਜ਼ ਕਰਕੇ। ਸਾਧ ਸੰਗਤ, ਇਹ ਬੜਾ ਵੱਡਾ ਰੋਗ ਹੈ। ਇਹਨੂੰ ਸਭ ਕਹਿੰਦੇ ਨੇ ਹਉਮੈ ਦੀਰਘ ਰੋਗ ਹੈ। ਸਤਿਗੁਰ ਕਹਿੰਦੇ ਨੇ ਬੜਾ ਵੱਡਾ ਹੈ। ਜਦੋਂ ਸਤਿਗੁਰ ਨੇ ਇਹਨਾਂ ਰੋਗਾਂ ਦੀ ਗੱਲ ਕੀਤੀ, ਪਾਤਸ਼ਾਹ ਕਹਿੰਦੇ ਨੇ ਹਉਮੈ ਰੋਗ ਮਾਨੁਖ ਕੋ ਦਿਨਾ। ਸਤਿਗੁਰ ਕਹਿੰਦੇ ਨੇ ਬੰਦਿਆ, ਰੱਬ ਨੇ ਤੈਨੂੰ ਬੜਾ ਵੱਡਾ ਰੋਗ ਦਿੱਤਾ ਹੈ। ਪਰ ਧਿਆਨ ਦੇਣਾ, ਦਿੱਤਾ ਇਸ ਕਰਕੇ ਸੀ ਤੈਨੂੰ ਨਾਲ ਨਿਮਰ ਸੁਭਾਅ ਵੀ ਦਿੱਤਾ ਸੀ। ਪਰ ਪਾਤਸ਼ਾਹ ਕਹਿੰਦੇ ਨੇ ਤੂੰ ਨਿਮਰ ਸੁਭਾਅ ਨੂੰ ਨਹੀਂ ਸਮਝ ਸਕਿਆ, ਤੂੰ ਈਗੋ ਨੂੰ, ਅਹੰਕਾਰ ਨੂੰ ਆਪਣਾ ਬਣਾ ਕੇ ਜੀਣਾ ਸ਼ੁਰੂ ਕਰ ਦਿੱਤਾ। ਹੁਣ ਸਾਧ ਸੰਗਤ, ਅਹੰਕਾਰ ਕਿਸੇ ਵੀ ਚੀਜ਼ ਦਾ ਹੋ ਸਕਦਾ ਹੈ। ਮੈਨੂੰ ਮਾਫ ਕਰਨਾ, ਅਹੰਕਾਰ ਸਿਰਫ ਧਨ ਦੌਲਤ ਪੈਸੇ ਦਾ ਨਹੀਂ। ਅਹੰਕਾਰ ਤੇ ਉਦੋਂ ਵੀ ਹੁੰਦਾ ਨਾ, ਜਦੋਂ ਮੈਂ ਜਿਹੜੇ ਬਚਨ ਕਹਿਣ ਲੱਗਾ ਉਦੋਂ ਵੀ ਹੁੰਦਾ ਹੈ ਨਾ, ਜਦੋਂ ਬੰਦਾ ਕਹਿੰਦਾ ਵੀ ਮੈਂ ਗੁਰੂ ਘਰ ਦੀ ਸੇਵਾ ਕਰਨਾ ਚਾਹਨਾ, ਪਰ ਜਦੋਂ ਸੇਵਾ ਦੇ ਨਾਮ ਤੇ ਇਲੈਕਸ਼ਨਾਂ ਦੇ ਵੇਲੇ ਸ਼ਰਾਬਾਂ ਵੰਡੀਆਂ ਜਾਂਦੀਆਂ ਨੇ, ਉਦੋਂ ਵੀ ਤੇ ਹੰਕਾਰ ਹੀ ਹੁੰਦਾ ਨਾ ਅੰਦਰ, ਕੋਈ ਦੂਜੀ ਚੀਜ਼ ਤੇ ਨਹੀਂ ਹੁੰਦੀ ਨਾ। ਸੇਵਾ ਤੇ ਕਿਸੇ ਵੀ ਢੰਗ ਨਾਲ, ਸੇਵਾ ਤੇ ਓਪਰਚੁਨਿਟੀ ਹੈ। ਸੇਵਾ ਕਰਨ ਦੇ ਲਈ ਕੁਝ ਪੁੱਛਣਾ ਪੈਂਦਾ, ਸਾਧ ਸੰਗਤ, ਕਿਤੋਂ ਮੰਗਣਾ ਪੈਂਦਾ। ਤੁਸੀਂ ਗੁਰੂ ਘਰ ਵਿੱਚ ਆਓ, ਹੱਥ ਵਿੱਚ ਪੋਚਾ ਫੜੋ, ਜਦੋਂ ਮਰਜ਼ੀ ਸੇਵਾ ਕਰਨ ਲੱਗ ਜਾਓ। ਸੇਵਾ ਤੇ ਗੁਰੂ ਘਰ ਵਿੱਚ ਖੁੱਲੀ ਹੈ, ਜਦੋਂ ਮਰਜ਼ੀ ਕਰ ਲਓ। ਪਰ ਜਦੋਂ ਹਉਮੈ ਦੀ ਗੱਲ ਆ ਜਾਂਦੀ, ਉਦੋਂ ਸਤਿਗੁਰ ਕਹਿੰਦੇ ਨੇ ਤੈਨੂੰ ਸਮਝਣਾ ਪਏਗਾ। ਕਿਤੇ ਐਸਾ ਤੇ ਨਹੀਂ ਬਾਣੀ ਪੜ੍ਹਦੇ ਆ ਵੀ ਅੱਜ ਪੜ੍ਹੀ ਤੇ ਸ਼ਾਮ ਨੂੰ ਆਖੇ ਵੀ ਹੁਣ ਇਹਦਾ ਫਲ ਮੈਨੂੰ ਕਿਉਂ ਨਹੀਂ ਮਿਲਿਆ, ਤੇ ਅਗਲੇ ਦਿਨ ਆਖੇ ਵੀ ਆਪਾਂ ਹੁਣ ਜਾਣਾ ਹੀ ਕੋਈ ਨਹੀਂ ਗੁਰਦੁਆਰੇ। ਬੜੀ ਪਿਆਰੀ ਗੱਲ ਹੈ, ਘਟਨਾ ਹੈ। ਇਹਨੂੰ ਕਿਸੇ ਸੱਜਣ ਨੇ ਮੁਹੰਮਦ ਸਾਹਿਬ ਜੀ ਦੇ ਜੀਵਨ ਨਾਲ ਜੋੜਿਆ ਹੈ। ਕਿਸੇ ਨੇ ਗੱਲ ਕੀਤੀ, ਮੈਂ ਮਸਕੀਨ ਜੀ ਦੀ ਰਸਨਾ ਤੋਂ ਇਹ ਬਚਨ ਸੁਣੇ ਸਨ ਵੀ ਉਹ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ ਉਹਨਾਂ ਨੇ ਜਾਣਾ ਰੱਬ ਦੀ ਇਬਾਦਤ ਕਰਨ। ਛੋਟਾ ਜਿਹਾ ਪੋਤਰਾ ਸੀ ਉਹਨਾਂ ਦਾ। ਇੱਕ ਦਿਨ ਕਹਿੰਦਾ, ਮੈਂ ਵੀ ਤੁਹਾਡੇ ਨਾਲ ਜਾਣਾ ਹੈ, ਮੈਂ ਵੀ ਤੁਹਾਡੇ ਨਾਲ ਨਮਾਜ਼ ਤੁਸੀਂ ਪੜ੍ਹਨ ਰੋਜ਼ ਜਾਂਦੇ ਹੋ, ਅੱਜ ਮੈਨੂੰ ਵੀ ਆਪਣੇ ਨਾਲ ਲੈ ਕੇ, ਮੈਨੂੰ ਵੀ ਸਵੇਰੇ ਉਠਾ ਲਿਆ ਜੀ। ਉਹ ਸਵੇਰੇ ਉਠਾਇਆ, ਉੱਠ ਗਿਆ, ਚਾਅ ਸੀ ਮਨ ਵਿੱਚ, ਤਿਆਰ ਵੀ ਹੋ ਗਿਆ। ਜਦੋਂ ਗਲੀਆਂ ਦੇ ਵਿੱਚੋਂ ਲੰਘਦਾ ਜਾਂਦਾ ਸੀ, ਵੇਖਦਾ ਸੀ ਕੋਈ
ਗਲੀ ਵਿੱਚ ਮੰਜੇ ਤੇ ਸੁੱਤਾ ਪਿਆ, ਕੋਈ ਘਰ ਦੇ ਅੰਦਰ ਸੁੱਤਾ ਪਿਆ, ਲੋਕਾਂ ਦੀਆਂ ਘਰ ਦੀਆਂ ਬੱਤੀਆਂ ਬੰਦ ਨੇ, ਦੀਵੇ ਬੰਦ ਨੇ, ਸਾਰੇ ਇਨਸਾਨ ਤੇ ਨਾਲ ਨਾਲ ਕਹਿੰਦਾ ਜਾਂਦਾ ਹੈ ਆਪਣੇ ਦਾਦੂ ਜਾਨ ਨੂੰ, ਦਾਦੂ ਜੀ ਸਾਰੇ ਲੋਕ ਸੁੱਤੇ ਹੋਏ ਨੇ। ਇਹਨਾਂ ਲੋਕਾਂ ਨੂੰ ਪਤਾ ਨਹੀਂ ਵੀ ਰੱਬ ਦੀ ਇਬਾਦਤ ਕਰਨ ਦਾ ਵੇਲਾ, ਸਮਾਂ ਪਹੁੰਚਿਆ। ਇਬਾਦਤ ਕੀਤੀ, ਅਗਲੇ ਦਿਨ ਫਿਰ ਉੱਠਿਆ, ਫਿਰ ਨਾਲ ਗਿਆ, ਫਿਰ ਕਹਿੰਦਾ ਦਾਦੂ ਸਾਰੇ ਸੁੱਤੇ ਹੋਏ ਨੇ ਅੱਜ ਵੀ, ਇਹਨਾਂ ਨੂੰ ਪਤਾ ਨਹੀਂ ਅੰਮ੍ਰਿਤ ਵੇਲੇ ਇਬਾਦਤ ਕਰਨ ਦਾ ਸਮਾਂ। ਮੁਹੰਮਦ ਸਾਹਿਬ ਨੇ ਇੱਕ ਗੱਲ ਆਖੀ, ਕਹਿਣ ਲੱਗੇ ਬੇਟਾ ਅਜੇ ਤੇ ਤੈਨੂੰ ਉੱਠਦੇ ਹੀ ਇੱਕ ਦਿਨ ਹੋਇਆ ਹੈ, ਅਜੇ ਤੇ ਇੱਕ ਦਿਨ ਹੋਇਆ ਹੈ, ਤੈਨੂੰ ਲੋਕਾਂ ਦੇ ਐਬ ਦਿਸਣ ਲੱਗ ਪਏ ਨੇ। ਸੱਚ ਇਹ ਹੈ ਕੱਲ ਨੂੰ ਐਸਾ ਨਾ ਹੋਵੇ ਇਹਨਾਂ ਲੋਕਾਂ ਦਾ ਅਸਰ ਤੇਰੇ ਮਨ ਤੇ ਵੀ ਹੋ ਜਾਏ, ਸਵੇਰੇ ਉੱਠਣਾ ਹੋਵੇ ਤੇ ਤੇਰਾ ਮਨ ਵੀ ਆਖੇ ਵੀ ਲੋਕ ਸੁੱਤੇ ਹੁੰਦੇ ਨੇ, ਤੂੰ ਉੱਠ ਕੇ ਕੀ ਕਰਨਾ ਹੈ। ਸੱਚ ਇਹੀ ਇਹ ਕੁਝ ਸਾਡੇ ਜੀਵਨ ਸਤਿਗੁਰ ਕਹਿੰਦੇ ਨੇ ਹੰਕਾਰ, ਇਸ ਕਰਕੇ ਪਾਤਸ਼ਾਹ ਜੀ ਨੇ ਇਹਨੂੰ ਬੜਾ ਦੀਰਘ ਰੋਗ ਆਖਿਆ। ਸਤਿਗੁਰ ਕਹਿੰਦੇ ਨੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਹੈ ਨਾਨਕ ਜੀ ਉਹ ਅਹੰਕਾਰ ਦੇ ਵਿੱਚ ਗਲ ਗਏ। ਸਤਿਗੁਰ ਕਹਿੰਦੇ ਨੇ ਉਹਨਾਂ ਦੇ ਅੰਦਰ ਦੇ ਚੰਗੇ ਗੁਣ ਖਤਮ ਹੋ ਗਏ, ਜਿਨ੍ਹਾਂ ਦੇ ਅੰਦਰ ਅਹੰਕਾਰ ਪੈਦਾ ਹੋ ਗਿਆ, ਜਿਨ੍ਹਾਂ ਦੇ ਅੰਦਰ ਈਗੋ ਆ ਗਈ। ਹੁਣ ਉਹ ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਧਨ ਦੀ ਹੋ ਸਕਦੀ ਹੈ, ਪਦਾਰਥ ਦੀ ਹੋ ਸਕਦੀ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਬਾਬਾ ਜੀ ਕਹਿੰਦੇ ਨੇ ਘਰ ਬੜਾ ਸੋਹਣਾ ਮਿਲਿਆ, ਇਹਨੂੰ ਵੇਖ ਕੇ ਹੰਕਾਰ ਨਾ ਕਰ ਲਈ, ਮੇਰਾ ਘਰ ਬੜਾ ਸੋਹਣਾ ਹੈ, ਦੂਜਿਆਂ ਦੇ ਕੋਲ ਮੇਰੇ ਵਰਗਾ ਘਰ ਨਹੀਂ। ਜੇ ਮਿਲਿਆ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਰੱਬ ਦਾ ਸ਼ੁਕਰ ਕਰਿਆ ਕਰ, ਦਾਤੇ ਨੇ ਤੇਰੇ ਤੇ ਤਰਸ ਕੀਤਾ ਹੈ, ਨਹੀਂ ਤੇ ਉਹਦਾ ਬਿਰਦੇ ਉਹਦਾ ਸੁਭਾਅ ਉਹ ਇੱਕ ਖਿਣ ਵੀ ਨਹੀਂ ਲੱਗਦਾ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਹਸਤੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹਸੈ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ। ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਧਰਤੀ ਤੇ ਆਕਾਸ਼ ਚੜਾਵੇ, ਚੜ੍ਹੈ ਆਕਾਸ਼ ਗਿਰਾਵੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਏ ਉੱਚਾ ਦੇਖ ਆਵਾਸ। ਕਿਉਂ ਨਾ ਕਰੀਏ ਬਾਬਾ ਜੀ, ਬੜੀ ਮਿਹਨਤ ਨਾਲ ਬਣਾਇਆ ਹੈ। ਬਾਬਾ ਜੀ ਕਹਿੰਦੇ ਨੇ ਇਸ ਕਰਕੇ ਨਹੀਂ ਕਰਨਾ ਕਿਉਂਕਿ ਆਜ ਕਾਲ ਭੋਏ ਲੇਟਣਾ, ਅੱਜ ਨਹੀਂ ਤੇ ਕੱਲ ਭਲਿਆ, ਤੂੰ ਇਸ ਘਰ ਦੇ ਅੰਦਰ ਸਦਾ ਨਹੀਂ ਰਹਿਣਾ। ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਜਿਸ ਆਸਨ ਹਮ ਬੈਠੇ ਕਿਤੇ ਬੈਸ ਗਿਆ। ਕਹਿੰਦੇ ਨੇ ਜਿਸ ਥਾਂ ਤੇ ਤੂੰ ਬੈਠਾ ਹੈ, ਅੱਜ ਤੈਨੂੰ ਆਪਣੀ ਪ੍ਰਾਪਰਟੀ ਦਾ ਮਾਣ ਹੈ। ਮਾਫ ਕਰਨਾ, ਇਹਦਾ ਮਤਲਬ ਬਾਣੀ ਦੇ ਅੰਦਰੋਂ ਸ਼ਬਦ ਪੜ੍ਹਦੇ ਕਦੀ ਇੱਕ ਪੱਖ ਨਹੀਂ ਲੈਣਾ। ਜਿਨ੍ਹਾਂ ਕੋਲ ਹੈ ਮੁਬਾਰਕ ਹੈ, ਪਰ ਸਤਿਗੁਰੂ ਕਹਿੰਦੇ ਨੇ ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿਤ ਨ ਆਵੇ। ਸਭ ਕਹਿੰਦੇ ਨੇ ਵੇਖ ਕੇ ਕਦੀ ਭੁੱਲ ਨਾ ਜਾਈ ਵੀ ਦੇਣ ਵਾਲਾ ਮੇਰਾ ਦਾਤਾ ਹੈ। ਉਹ ਦਾਤਾ ਹੈ ਜਿਹਨੂੰ ਸਾਹਿਬ ਬਾਬਾ ਨਾਨਕ ਕਹਿੰਦੇ ਨੇ ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੇ ਸਿਰਜਣਹਾਰ। ਨਾਨਕ ਸੱਚੇ ਕੀ ਪਾਤਸ਼ਾਹ ਕਹਿੰਦੇ ਨੇ ਉਹਦੀਆਂ ਦਾਤਾਂ ਨੇ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਇਸ ਕਰਕੇ ਤੈਨੂੰ ਕਹਿ ਰਿਹਾ ਕਿਉਂਕਿ ਆਜ ਕਾਲ ਭੋਏ ਲੇਟਣਾ ਉੱਪਰ ਜਾਮੇ ਘਾਸ। ਕਹਿੰਦੇ ਨੇ ਜਿਸ ਥਾਂ ਤੇ ਤੂੰ ਮਹਿਲ ਮਾੜੀਆਂ ਬਣਾ ਕੇ ਬੈਠਾ, ਕੱਲ ਨੂੰ ਇਹ ਤੇ ਘਾਹ ਹੋ ਗਿਆ ਹੋਣਾ, ਇਹ ਸਦਾ ਨਹੀਂ ਰਹਿਣੀਆਂ। ਬਾਬਾ ਜੀ ਫਿਰ ਇੰਨਾ ਹੀ ਨਹੀਂ, ਬਾਬਾ ਜੀ ਕਹਿੰਦੇ ਨੇ ਕਬੀਰ ਗਰਬ ਨਾ ਕੀਜੀਏ ਚਾਮ ਲਪੇਟੇ ਹਾੜ। ਕਈਆਂ ਨੂੰ ਚਮੜੀ ਦਾ ਵੀ ਹੰਕਾਰ ਹੁੰਦਾ ਹੈ ਜੀ, ਈਗੋ ਹੈ। ਕਿਸੇ ਵਿੱਚ ਸੂਖਸ਼ਮ ਰੂਪ ਵਿੱਚ, ਸਥੂਲ ਰੂਪ ਵਿੱਚ ਦੋ ਤਰ੍ਹਾਂ ਹਉਮੈ ਕਰਮ ਕਰਦੀ ਹੈ। ਸਥੂਲ ਰੂਪ ਵਿੱਚ ਜਿਹੜੀਆਂ ਸਾਡੀਆਂ ਬਾਹਰੀ ਚੀਜ਼ਾਂ ਨੇ ਤੇ ਸੂਖਸ਼ਮ ਰੂਪ ਵਿੱਚ ਜਿਹੜੀਆਂ ਸਾਡੇ ਅੰਦਰ ਨੇ। ਬਾਹਰੀ ਚੀਜ਼ਾਂ, ਚਮੜੀ ਦਾ ਮਾਣ ਹੋ ਗਿਆ, ਚਮੜੀ ਦਾ ਹੰਕਾਰ ਹੋ ਗਿਆ। ਬਾਬਾ ਜੀ ਕਹਿੰਦੇ ਨੇ ਗਰਬ ਨਾ ਕੀਜੀਏ ਚਾਮ ਲਪੇਟੇ ਹਾੜ। ਵੇਖ ਰੱਬ ਨੇ ਚਮੜੀ ਦੇ ਉੱਤੇ, ਹੱਡੀਆਂ ਦੇ ਉੱਤੇ ਚਮੜੀ ਲਪੇਟੀ ਹੋਈ ਹੈ ਤੇ ਕੁਝ ਵੀ ਨਹੀਂ। ਬਾਬਾ ਜੀ ਕਹਿੰਦੇ ਨੇ ਜੇ ਇਹਦੇ ਅੰਦਰ ਵੇਖੇਗਾ ਤੇ ਤੂੰ ਅੰਦਰ ਦੇਖ ਕੇ ਸ਼ਰਮਸਾਰ ਹੋਏਗਾ ਵੀ ਤੇਰੇ ਅੰਦਰ ਕੀ ਹੈ। ਪਰ ਬਾਬਾ ਜੀ ਕਹਿੰਦੇ ਨੇ ਉੱਪਰ ਚਮੜੀ ਨੂੰ ਵੇਖਣਾ ਤੇ ਬੜਾ ਹੰਕਾਰ ਕਰਨਾ, ਮੇਰੇ ਵਰਗੀ ਚਮੜੀ ਕਿਸੇ ਕੋਲੋਂ ਨਹੀਂ, ਮੇਰੇ ਵਰਗਾ ਸੁਹੱਪਨ। ਅੱਜ ਦਾ ਜਿਹੜਾ ਸਮਾਂ ਸਾਧ ਸੰਗਤ ਜਿਹਨੂੰ ਅਸੀਂ ਪਦਾਰਥਵਾਦੀ ਯੁੱਗ ਕਹਿੰਦੇ ਹਾਂ, ਇਸ ਪਦਾਰਥਵਾਦੀ ਯੁੱਗ ਦੇ ਅੰਦਰ ਜੇ ਬੰਦਾ ਸਭ ਤੋਂ ਜ਼ਿਆਦਾ ਕਿਸੇ ਹਨੇਰੀ ਦੇ ਅੰਦਰ ਦੁਖੀ ਹੋ ਰਿਹਾ ਹੈ ਤੇ ਉਹ ਸੱਚ ਵਿੱਚ ਬਾਹਰ ਦਾ ਦਿਖਾਵਾ ਹੈ। ਉਹ ਕਿਸੇ ਵੀ ਰੂਪ ਵਿੱਚ ਹੈ, ਭਾਵੇਂ ਸਰੀਰ ਦੇ ਰੂਪ ਵਿੱਚ ਹੈ, ਚਮੜੀ ਦੇ ਰੂਪ ਵਿੱਚ ਹੈ, ਕੱਪੜਿਆਂ ਦੇ ਰੂਪ ਵਿੱਚ ਹੈ, ਧਨ ਦੇ ਰੂਪ ਵਿੱਚ ਹੈ, ਪਦਾਰਥਾਂ ਦੇ। ਬਾਹਰ ਦੀ ਜਿਹੜੀ ਦਿਖਾਵਟ ਹੈ ਬੰਦਿਆਂ ਦੇ ਵਿੱਚ ਬੜਾ ਖੁਆਰ ਹੋ ਰਿਹਾ ਹੈ।
ਇਹ ਪਾਉਂਦਾ ਤਨ ਤੇ ਕੱਪੜੇ ਤੇ ਧਿਆਨ ਦੂਜਿਆਂ ਵੱਲ ਹੁੰਦਾ। ਇਹਨੇ ਇਸ ਕਰਕੇ ਨਹੀਂ ਪਾਏ ਵੀ ਮੈਂ ਇਹਦੇ ਨਾਲ ਆਪਣਾ ਤਨ ਢਕਣਾ ਹੈ, ਇਸ ਕਰਕੇ ਪਾਏ ਨੇ ਵੀ ਇਹ ਮੈਂ ਵੇਖਾਂ ਤੇ ਸਹੀ ਮੇਰੇ ਕੱਪੜੇ ਦੂਜਿਆਂ ਨੂੰ ਕੈਸੇ ਲੱਗਦੇ ਨੇ, ਦੂਜੇ ਵੇਖ ਕੇ ਇੰਪ੍ਰੈਸ ਹੁੰਦੇ ਨੇ ਕਿ ਨਹੀਂ ਹੁੰਦੇ, ਭਲਾ ਦੂਜਿਆਂ ਦੀ ਸੋਚ ਕੀ ਹੈ। ਖਿਆਲ ਕਰਿਓ, ਪਾ ਕੇ ਕੱਪੜੇ 10 ਬੰਦਿਆਂ ਕੋਲੋਂ ਪੁੱਛੇਗਾ ਮੈਂ ਕਿਹੋ ਜਿਹਾ ਲੱਗਣਾ। ਗੁਰਦੇਵ ਪਿਤਾ ਜੀ ਕਹਿੰਦੇ ਨੇ ਤੂੰ ਇਸ ਕਰਕੇ ਨਹੀਂ ਪਾਏ ਵੀ ਤਨ ਢਕਣਾ ਹੈ। ਰੱਬ ਨੇ ਜਿਹੜੀਆਂ ਚੀਜ਼ਾਂ ਤੈਨੂੰ ਦਿੱਤੀਆਂ ਸਨ, ਜਿਸ ਕਾਰਨ ਦਿੱਤੀਆਂ ਸਨ, ਤੂੰ ਉਸ ਕਾਰਨ ਤੋਂ ਬਾਹਰ ਨਿਕਲ ਕੇ ਅੱਜ ਉਹਨਾਂ ਚੀਜ਼ਾਂ ਦੇ ਅੰਦਰ ਖੁਆਰ ਹੋ ਰਿਹਾ। ਇਸੇ ਕਰਕੇ ਗੁਰੂ ਪਾਤਸ਼ਾਹ ਕਹਿੰਦੇ ਨੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ। ਇਹ ਅਹੰਕਾਰ ਸਾਡੇ ਅੰਦਰ ਦੇ ਸਦਾਚਾਰ ਗੁਣਾਂ ਨੂੰ ਅਵਗੁਣਾਂ ਦੇ ਵਿੱਚ ਬਦਲ ਦਿੰਦਾ ਹੈ, ਇਹ ਸਾਡੇ ਅੰਦਰ ਦੀ ਕੁਆਲਿਟੀਆਂ ਨੂੰ ਖਤਮ ਕਰ ਦਿੰਦਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਨੇ ਹੁਣ ਜਿਨ੍ਹਾਂ ਦੇ ਅੰਦਰ ਇਹ ਚੀਜ਼ ਆ ਜਾਏ, ਪਾਤਸ਼ਾਹ ਜੀ ਪਹਿਲੀ ਪੌੜੀ ਵਿੱਚ ਬਚਨ ਬਖਸ਼ਦੇ ਨੇ, ਸਾਹਿਬ ਕਹਿੰਦੇ ਨੇ ਜਿਸ ਕੈ ਅੰਤਰ ਰਾਜ ਅਭਿਮਾਨ। ਰਾਜ ਦਾ ਮਤਲਬ ਹੈ ਰਾਜ ਭਾਗ। ਪੁਰਾਣੇ ਸਮੇਂ 'ਚ ਰਾਜੇ ਹੁੰਦੇ ਸਨ। ਜੇ ਰਾਜ ਅਭਿਮਾਨ ਦਾ ਮਤਲਬ, ਅਸੀਂ ਕਈ ਵਾਰੀ ਸਾਡੇ ਸਾਹਮਣੇ ਕੁਝ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਿੰਬੋਲਿਕ ਹੁੰਦੀਆਂ ਨੇ ਤੇ ਸਾਡੇ ਸਾਹਮਣੇ ਜਦੋਂ ਆਉਂਦੀਆਂ ਨੇ ਸਾਡੇ ਜ਼ਿਹਨ ਵਿੱਚ ਉਹ ਚੀਜ਼ ਚੱਲ ਪੈਂਦੀ ਹੈ। ਰਾਜ ਅਭਿਮਾਨ ਦਾ ਮਤਲਬ ਸਿਰਫ ਰਾਜ ਭਾਗ ਦਾ ਅਹੰਕਾਰ ਨਹੀਂ। ਰਾਜ ਅਭਿਮਾਨ ਦਾ ਮਤਲਬ, ਰਾਜ ਦਾ ਮਤਲਬ ਹੈ ਰਾਜਿਆਂ ਦੀ ਤਰ੍ਹਾਂ ਜੀਣਾ। ਅੱਜ ਬੰਦੇ ਕੋਲੋਂ ਬੜੀ ਸ਼ੋਹਰਤ ਹੈ, ਪੈਸਾ ਹੈ, ਧਨ ਦੌਲਤ ਹੈ, ਰਾਜਿਆਂ ਦੀ ਤਰ੍ਹਾਂ ਜੀਂਦਾ ਹੈ। ਸ਼ਾਇਦ ਇਹਨੇ ਆਰਾਮ ਤੇ ਸੁੱਖ ਵਿੱਚ ਰਾਜੇ ਵੀ ਨਾ ਜੀਂਦੇ ਹੋਣ, ਪਰ ਪਾਤਸ਼ਾਹ ਕਹਿੰਦੇ ਨੇ ਇੱਕ ਗੱਲ ਚੇਤੇ ਰੱਖੀ, ਜਿਸ ਕੈ ਅੰਤਰ ਰਾਜ ਅਭਿਮਾਨ। ਜੇ ਤੈਨੂੰ ਆਪਣੀਆਂ ਇਹਨਾਂ ਸਹੂਲਤਾਂ ਦਾ ਅਹੰਕਾਰ ਹੋ ਗਿਆ, ਜੇ ਤੈਨੂੰ ਆਪਣੇ ਇਸ ਮਿਲੇ ਹੋਏ ਰਾਜ ਦਾ ਅਭਿਮਾਨ ਹੋ ਗਿਆ, ਹੁਣ ਹੋ ਸਕਦਾ ਹੈ ਕਿ ਵੱਡੀ ਕੁਰਸੀ ਤੇ ਬੈਠਾ ਹੈ, ਕੋਈ ਕੁਰਸੀ ਤੇ ਬੈਠਾ ਹੈ ਲੋਕਾਂ ਦੀ ਸੇਵਾ ਲਈ। ਜਿੱਦਨ ਕੁਰਸੀ ਤੇ ਬਹਿਣਾ ਸੀ ਉਦੋਂ ਹੱਥ ਜੋੜਦਾ ਸੀ ਲੋਕਾਂ ਦੇ ਸਾਹਮਣੇ, ਮੈਨੂੰ ਵੋਟ ਦਿਓ ਮੈਂ ਤੁਹਾਡੇ ਤੱਕ ਪਹੁੰਚਾਂ। ਜਿੱਦਨ ਪਹੁੰਚ ਗਿਆ ਧਿਆਨ ਦੇਣਾ, ਉਦੋਂ ਮੇਰੇ ਵਰਗਾ ਗਿਆ, ਕਹਿੰਦਾ ਮੈਂ ਤੁਹਾਨੂੰ ਵੋਟ ਦਿੱਤੀ ਸੀ ਜੀ, ਮੇਰਾ ਕੰਮ ਕਰਾਓ। ਕਹਿੰਦਾ ਬਾਹਰ ਖੜਾ ਹੋ ਕੇ ਗੱਲ ਕਰ, ਮੇਰੇ ਨੇੜੇ ਨਾ ਲੱਗੋ ਨਾ। ਸਤਿਗੁਰ ਕਹਿੰਦੇ ਨੇ ਜਿਸ ਕੇ ਅੰਤਰ ਰਾਜ ਅਭਿਮਾਨ। ਉਹ ਕਿਸੇ ਵੀ ਫੀਲਡ ਵਿੱਚ ਹੋ ਸਕਦਾ ਹੈ, ਉਹ ਜ਼ਰੂਰੀ ਨਹੀਂ ਕਿਸੇ ਨੇ ਕੋਈ ਨੌਕਰੀ 2 ਲੱਖ ਰੁਪਇਆ ਮਹੀਨੇ ਦੀ ਤਨਖਾਹ ਲੈਣ ਵਾਲਾ ਬੰਦਾ ਵੀ ਜਦੋਂ ਕੁਰਸੀ ਤੇ ਬੈਠਾ ਹੁੰਦਾ ਹੈ, ਉਹਨੂੰ ਪਤਾ ਹੈ ਵੀ ਮੈਂ ਇਹਨਾਂ ਲੋਕਾਂ ਦਾ ਸੇਵਕ ਹਾਂ, ਇਹਨਾਂ ਦੇ ਟੈਕਸ ਵਿੱਚੋਂ ਮੈਨੂੰ ਤਨਖਾਹ ਮਿਲਦੀ ਹੈ। ਪਰ ਸੱਚ ਇਹ ਹੈ ਉਹ ਬੰਦਾ ਵੀ ਜਦੋਂ ਕੁਰਸੀ ਤੇ ਬੈਠਾ ਹੁੰਦਾ, ਆਮ ਬੰਦੇ ਨੂੰ ਬੰਦਾ ਨਹੀਂ ਸਮਝਦਾ, ਉਹ ਕਹਿੰਦਾ ਮੈਂ ਹੀ ਦੁਨੀਆ ਤੇ ਰਾਜਾ, ਬਸ ਬਾਕੀ ਸਾਰੇ ਗੁਲਾਮ ਨੇ। ਗੁਰਦੇਵ ਪਿਤਾ ਕਹਿੰਦੇ ਨੇ ਜਿਸ ਕੇ ਅੰਤਰ ਰਾਜ ਅਭਿਮਾਨ, ਜਿੰਦੇ ਅੰਦਰ ਰਾਜ ਦਾ ਅਹੰਕਾਰ ਪੈਦਾ ਹੋ ਗਿਆ, ਕਿਸੇ ਵੀ ਚੀਜ਼ ਦੀ ਜਿਹੜੀ ਪ੍ਰਾਪਤੀ ਹੈ ਉਹਦਾ ਮਾਣ ਆ ਗਿਆ। ਸਭ ਕਹਿੰਦੇ ਨੇ ਸੋ ਨਰਕ ਪਾਤੀ ਹੋਵਤ ਸੁਆਨ। ਨਰਕ ਪਾਤੀ ਦਾ ਮਤਲਬ ਹੈ ਨਰਕ ਦਾ ਭਾਗੀਦਾਰ। ਪਾਤੀ ਦਾ ਮਤਲਬ ਜਿਵੇਂ ਹੁੰਦਾ ਨਾ ਅਰਬਪਤੀ, ਕਰੋੜਪਤੀ, ਇਹਦਾ ਮਤਲਬ ਹੁੰਦਾ ਮਾਲਕ, ਅਰਬਾਂ ਦਾ ਮਾਲਕ। ਇਹਦੇ ਵਿੱਚੋਂ ਸ਼ਬਦ ਨਿਕਲਿਆ ਪਤੀ। ਗੁਰਬਾਣੀ ਅੰਦਰ ਇਹ ਸ਼ਬਦ ਨਹੀਂ ਹੈ ਪਤੀ ਪਤਨੀ, ਗੁਰਬਾਣੀ ਅੰਦਰ ਸ਼ਬਦ ਹੈ ਧਨ ਪਿਰ। ਬੜੇ ਪਿਆਰੇ ਸ਼ਬਦ ਨੇ ਪਰ ਅਸੀਂ ਵਿਸਾਰ ਚੁੱਕੇ ਹਾਂ। ਪਤੀ ਦਾ ਮਤਲਬ ਹੁੰਦਾ ਹੈ ਮਾਲਕ, ਤੇ ਜੇ ਇੱਕ ਮਾਲਕ ਹੋਵੇ ਤੇ ਸਾਸੰਗ ਦੂਜਾ ਕੌਣ ਹੁੰਦਾ ਹੈ? ਦੂਜਾ ਨੌਕਰ ਹੁੰਦਾ ਹੈ ਨਾ ਜੀ। ਵਿਤਕਰਾ ਆ ਗਿਆ ਨਾ ਘਰ ਦੇ ਅੰਦਰ, 2 ਜੀਆਂ ਦੇ ਅੰਦਰ ਹੀ। ਤੇ ਸਤਿਗੁਰ ਤੇ ਪਾਤਸ਼ਾਹ ਜੀ ਕਹਿੰਦੇ ਨਹੀਂ, ਧਨ ਪਿਰ ਇਹ ਨਾ ਆਖੀਨ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀਏ। ਸਤਿਗੁਰ ਨੇ ਫਰਕ ਹੀ ਮਿਟਾ ਦਿੱਤਾ। ਜੇ ਬਾਣੀ ਨੂੰ ਸਮਝੀਏ ਵੀ ਕਿੰਨਾ ਵਿਲੱਖਣ ਖਜ਼ਾਨਾ ਹੈ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ। ਪਾਤਸ਼ਾਹ ਕਹਿੰਦੇ ਨੇ ਸੋ ਨਰਕ ਪਾਤੀ, ਉਹ ਨਰਕਾਂ ਦਾ ਭਾਗੀਦਾਰ ਬਣਦਾ ਹੈ। ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕੋ ਹੋਵਤ ਸੁਆਨ। ਸੁਆਨ ਦੇ ਅੱਖਰੀ ਅਰਥ ਹੁੰਦੇ ਨੇ ਕੁੱਤਾ। ਹੁਣ ਜੇ ਆਮ ਬੰਦੇ ਨੂੰ ਕਹਿਆ ਜਾਣੇ ਬਚਨ, ਬੜਾ ਗੁੱਸਾ ਲੱਗਦਾ ਹੈ ਉਹਨੂੰ। ਤੁਸੀਂ ਕਿਸੇ ਨੂੰ ਕਹਿ ਕੇ ਵੇਖੋ ਇਹ ਬਚਨ, ਇਨਸਾਨ ਤੁਹਾਨੂੰ ਮਾਰਨ ਤੱਕ ਜਾਏਗਾ ਜਿਹਨੂੰ ਤੁਸੀਂ ਕਹੋਗੇ। ਪਰ ਪਾਤਸ਼ਾਹ ਜੀ ਕਹਿੰਦੇ ਨੇ ਸੱਚ ਇਹੀ ਹੈ, ਸੁਣਨਾ ਪਏਗਾ ਤੈਨੂੰ। ਉਹ ਜਿਹੜਾ ਇਨਸਾਨ ਹੈ, ਸਤਿਗੁਰ ਕਹਿੰਦੇ ਨੇ ਉਹ ਇਨਸਾਨ ਮਨੁੱਖਾ ਜੀਵਨ ਵਿੱਚ ਨਹੀਂ ਜੀ ਰਿਹਾ, ਇਹਨੂੰ ਹੀ ਤੇ ਕਹਿੰਦੇ ਨੇ ਬਾਣੀ ਦੇ ਵਿੱਚ ਜਨਮ ਤੇ ਮਰਨ। ਹੋਰ ਜਨਮ ਮਰਨ ਕਿਹੜਾ ਹੈ? ਧਿਆਨ ਦੇਣਾ, ਬਾਣੀ ਦੇ ਅਨੁਸਾਰ ਹੋਰ ਜਨਮ ਮਰਨ ਕਿਹੜਾ ਹੈ? ਸਾਹਿਬ ਜਦੋਂ ਕਹਿੰਦੇ ਨੇ ਜਮ ਜਮ ਮਰੈ, ਮਰੈ ਫਿਰ ਜਮੈ, ਇਹ ਕਿਹੜਾ ਜਨਮ ਮਰਨ ਹੈ ਜੀ? ਬੰਦਾ ਤੇ ਜੰਮਿਆ ਫਿਰ ਇੱਕ ਵਾਰੀ ਮਰਨਾ ਹੈ। ਹੁਣ ਇਹ ਜਿਹੜਾ ਜਨਮ ਮਰਨ ਹੈ ਸਾਡੀ ਸੁਰਤੀ ਦਾ ਜਨਮ ਮਰਨ ਹੈ। ਜਿਵੇਂ ਜਿਵੇਂ ਬੰਦਾ ਜਿਸ ਸੁਭਾਅ ਦੇ ਵਿੱਚੋਂ ਨਿਕਲਦਾ ਹੈ, ਜਿਹਨੂੰ ਗੁਰੂ ਅਰਜਨ ਪਾਤਸ਼ਾਹ ਜੀ ਪਾਵਨ ਬਾਣੀ ਵਿੱਚ ਕਹਿੰਦੇ ਨੇ ਗੁਰਮੰਤਰ ਹਿਣਸੈ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੇ
ਸਤਿਗੁਰ ਕਹਿੰਦੇ ਨੇ ਜਿਹੜਾ ਗੁਰੂ ਦੇ ਮੰਤਰ ਤੋਂ ਉਪਦੇਸ਼ ਤੋਂ ਹੀਣਾ ਹੈ, ਸਾਹਿਬ ਕਹਿੰਦੇ ਨੇ ਤ੍ਰਿਗੰਤ ਜਨਮ, ਇੱਕ ਨਹੀਂ ਕਿੰਨੇ ਜਨਮ ਉਹ ਭਟਕ ਰਿਹਾ ਹੈ। ਪਾਤਸ਼ਾਹ ਜੀ ਕਿਵੇਂ? ਸਾਹਿਬ ਕਹਿੰਦੇ ਨੇ ਕੂਕਰੈ, ਸੁਕਰੈ, ਕਾਕੈ, ਸਰਪਣੈ, ਗਰਦਬੈ, ਤੁਲਖਲੈ। ਸਤਿਗੁਰ ਕਹਿੰਦੇ ਨੇ ਬਸ ਆ ਇਹਨਾਂ ਜੂਨਾਂ ਦੇ ਵਿੱਚ ਜੀ ਰਿਹਾ ਉਹ। ਉਂਝ ਤੁਸੀਂ ਕਿਸੇ ਬੰਦੇ ਨੂੰ ਕਹਿ ਕੇ ਦੇਖ ਲਓ, ਕਹੇਗਾ ਜੀ ਤੂੰ ਮੈਨੂੰ ਕਹਿ ਕਿਵੇਂ ਦਿੱਤਾ ਹੈ, ਪਰ ਪਾਤਸ਼ਾਹ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਸੱਚ ਸੁਣ। ਉਹ ਜਿਹੜਾ ਬੰਦਾ ਇਸ ਅਵਸਥਾ ਵਿੱਚ ਜੀ ਰਿਹਾ ਹੈ, ਗੁਰਦੇਵ ਪਿਤਾ ਕਹਿੰਦੇ ਨੇ ਸੋ ਨਰਕ ਪਾਤੀ ਹੋਵਤ ਸੁਆਨ। ਪਾਤਸ਼ਾਹ ਕਹਿੰਦੇ ਨੇ ਉਹ ਕੁੱਤੇ ਦੀ ਜੋਨ ਦੇ ਵਿੱਚ ਹੈ, ਨਰਕਾਂ ਦਾ ਭਾਗੀਦਾਰ ਹੈ, ਜਿਹੜਾ ਰਾਜ ਦੇ ਮਾਣ ਵਿੱਚ ਜੀ ਰਿਹਾ ਹੈ। ਹੁਣ ਕੱਲ ਨੂੰ ਜਦੋਂ ਸਵੇਰ ਨੂੰ ਘਰੋਂ ਨਿਕਲੋਗੇ ਨਾ, ਸਾਰਾ ਦਿਨ ਜਦੋਂ ਤੁਸੀਂ ਆਪਣੇ ਕਾਰੋਬਾਰਾਂ ਤੇ ਹੋਵੋਗੇ, ਕੰਮ ਕਰੋਗੇ, ਵਿਚਰੋਗੇ ਸਮਾਜ ਵਿੱਚ, ਆ ਪੰਕਤੀ ਨੂੰ ਦਿਮਾਗ ਦੇ ਵਿੱਚ ਰੱਖਿਆ ਜੇ ਅਸੀਂ ਕਿੱਥੇ ਕਿੱਥੇ ਇਸ ਪੰਕਤੀ ਨੂੰ ਪ੍ਰੈਕਟੀਕਲ ਜੀਨੇ ਆ। ਜੇ ਗੁਰਬਾਣੀ ਨੂੰ ਸਮਝਣਾ ਤੇ ਆ ਫੰਡਾ ਸਮਝਣ ਦਾ ਸਾਧ ਸੰਗਤ, ਨਹੀਂ ਤੇ ਪੜ੍ਹ ਕੇ ਚਲੇ ਗਏ ਤੇ ਸਦੀਆਂ ਤੋਂ ਹੋ ਰਿਹਾ ਤੇ ਹੁੰਦਾ ਰਹਿਣਾ ਹੈ। ਜੇ ਜੀਵਨ ਵਿੱਚ ਬਦਲਾਅ ਚਾਹੁੰਦੇ ਆ ਤੇ ਇੱਕ ਪੰਕਤੀ ਲੈ ਲਓ ਕੋਈ ਵੀ ਗੁਰਬਾਣੀ ਦੀ, ਉਹਨੂੰ ਆਪਣੇ ਜੀਵਨ ਵਿੱਚ ਅੱਜ ਸਾਰਾ ਦਿਨ ਕਹੋ ਜੀ ਮੈਂ ਬਸ ਇਹਨੂੰ ਪ੍ਰੈਕਟੀਕਲ ਕਰਨਾ ਹੈ ਅੱਜ ਸਾਰਾ ਦਿਨ। ਵੇਖੋ ਬੰਦਾ ਕਿੰਨੀ ਵਾਰੀ ਫਿਰ ਥਿੜਕਦਾ, ਪਤਾ ਲੱਗਦਾ ਵੀ ਮੈਂ ਕਿੱਥੇ ਜਿਉ ਰਿਹਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੋ ਨਰਕ ਪਾਤੀ ਹੋਵਤ ਸੁਆਨ, ਜੋ ਜਾਣੈ ਮੈਂ ਜੋਬਨਵੰਤ। ਜਿਹੜਾ ਕਹਿੰਦਾ ਮੇਰੇ ਵਰਗਾ ਜਵਾਨ ਕੋਈ ਨਹੀਂ, ਮੇਰੇ ਵਰਗਾ ਸੋਹਣਾ ਕੋਈ ਨਹੀਂ, ਮੇਰੇ ਵਰਗੀ ਜਵਾਨੀ ਕਿਸੇ ਕੋਲੋਂ ਨਹੀਂ। ਸਤਿਗੁਰ ਕਹਿੰਦੇ ਨੇ ਜੋ ਜਾਣੈ ਮੈਂ ਜੋਬਨਵੰਤ, ਸੋ ਹੋਵਤ ਬਿਸ਼ਟਾ ਕਾ ਜੰਤ। ਸਤਿਗੁਰ ਕਹਿੰਦੇ ਨੇ ਉਹ ਬਿਸ਼ਟਾ ਦੇ ਕ੍ਰਿਮ ਦੀ ਤਰ੍ਹਾਂ, ਕੀੜੇ ਦੀ ਤਰ੍ਹਾਂ ਹੈ। ਪਾਤਸ਼ਾਹ ਕਹਿੰਦੇ ਨੇ ਜਿਵੇਂ ਬਿਸ਼ਟਾ ਦੇ ਅੰਦਰ, ਗੰਦਗੀ ਦੇ ਅੰਦਰ ਕੀੜਾ ਹੁੰਦਾ ਹੈ, ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਉਹ ਬੰਦਾ ਜਿਹੜਾ ਜੋਬਨ ਦੇ ਅਹੰਕਾਰ ਵਿੱਚ ਜੀ ਰਿਹਾ, ਕਿਉਂਕਿ ਜੂਨਾਂ ਤੇ ਰੱਬ ਨੇ ਬਣਾਈਆਂ ਨੇ ਨਾ। ਜਿਹੜਾ ਗੰਦਗੀ ਵਿੱਚ ਕੀੜਾ ਹੈ ਉਹਨੂੰ ਆਪਣੀ ਸਰੀਰ ਨਾਲ ਉਨੀ ਮੁਹੱਬਤ ਹੈ ਜਿੰਨੀ ਸਾਨੂੰ ਇਹ ਸਰੀਰ ਨਾਲ ਮੁਹੱਬਤ ਹੈ। ਸਾਨੂੰ ਲੱਗਦਾ ਉਹ ਗੰਦਗੀ ਵਿੱਚ ਜੀ ਰਿਹਾ ਹੈ, ਅਸੀਂ ਉਹਦੇ ਕੋਲੋਂ ਲੰਘਾਂਗੇ ਤੇ ਨੱਕ ਬੰਦ ਕਰ ਲਵਾਂਗੇ, ਪਰ ਤੁਸੀਂ ਉਹਨੂੰ ਗੰਦਗੀ ਵਿੱਚੋਂ ਬਾਹਰ ਕੱਢੋ ਤਾਂ ਵੀ ਅੰਦਰ ਨੂੰ ਭੱਜਦਾ। ਕਹਿੰਦਾ ਨਹੀਂ ਮੇਰਾ ਜੀਵਨ ਇੱਥੇ ਹੈ, ਮੈਨੂੰ ਇੱਥੇ ਰੱਬ ਨੇ ਜੀਵਨ ਦਿੱਤਾ ਹੋਇਆ, ਮੈਨੂੰ ਇਹਦੇ ਵਿੱਚ ਹੀ ਆਨੰਦ ਹੈ। ਸਤਿਗੁਰ ਕਹਿੰਦੇ ਨੇ ਜੋ ਜਾਣੈ ਮੈਂ ਜੋਬਨਵੰਤ, ਜਿਹਨੂੰ ਜੋਬਨ ਦਾ, ਜਵਾਨੀ ਦਾ ਹੰਕਾਰ ਹੋ ਗਿਆ, ਜਿਹੜਾ ਕਹਿੰਦਾ ਜਵਾਨੀ ਦੇ ਨਸ਼ੇ ਵਿੱਚ ਦੂਜੇ ਨੂੰ ਬੰਦਾ ਹੀ ਨਹੀਂ ਸਮਝਦਾ, ਜਿਹਨੂੰ ਜਵਾਨੀ ਦੇ ਨਸ਼ੇ ਵਿੱਚ ਦੂਜੇ ਨੂੰ ਇਨਸਾਨ ਨਹੀਂ ਜਾਣਦਾ, ਜਿਹੜਾ ਪਾਤਸ਼ਾਹ ਕਹਿੰਦੇ ਨੇ ਉਹ ਬਿਸ਼ਟਾ ਦੇ ਕ੍ਰਿਮ ਦੀ ਤਰ੍ਹਾਂ ਹੈ। ਅਸਲੀ ਸਾਹਿਬ ਕਹਿੰਦੇ ਨੇ ਜਿਵੇਂ ਗੰਦਗੀ ਦਾ ਕੀੜਾ, ਉਹਦੇ ਅੰਦਰ ਵੀ ਅਹੰਕਾਰ ਦਾ ਕੀੜਾ ਹੈ, ਉਹਦੀ ਸੁਰਤ ਮਲੀਨ ਹੈ। ਕਿਉਂ? ਸਤਿਗੁਰ ਨੇ ਆ ਕੇ, ਪਾਤਸ਼ਾਹ ਕਹਿੰਦੇ ਨੇ ਬਾਹਰੋਂ ਚਮੜੀ ਸੋਹਣੀ ਏ, ਅੰਦਰੋਂ ਤੇ ਸਤਿਗੁਰ ਕਹਿੰਦੇ ਨੇ ਬੜਾ ਮੈਲਾ ਹੈ। ਮਨ ਮੈਲੇ ਸਭ ਕਿਛ ਮੈਲਾ। ਸਤਿਗੁਰ ਕਹਿੰਦੇ ਨੇ ਤੇਰਾ ਮਨ ਮੈਲਾ, ਹੁਣ ਜਿੰਨਾ ਮਰਜ਼ੀ ਚਮੜੀ ਨੂੰ ਧੋ ਲੈ। ਪਾਤਸ਼ਾਹ ਜੀ ਕਹਿੰਦੇ ਨੇ ਆਪਸ ਕੋ ਕਰਮਵੰਤ ਕਹਾਵੇ, ਜਿਹੜਾ ਆਪਣੇ ਆਪ ਨੂੰ ਕਹਿੰਦਾ ਵੀ ਮੇਰੇ ਵਰਗਾ ਚੰਗੇ ਕੰਮ ਕਰਨ ਵਾਲਾ ਕੋਈ ਨਹੀਂ, ਮੈਂ ਹੀ ਦੁਨੀਆ ਤੇ ਸਾਰੇ ਚੰਗੇ ਕੰਮ ਕਰਨਾ, ਮੇਰੇ ਵਰਗਾ ਚੰਗਾ ਕੰਮ ਕਰਨ ਵਾਲਾ ਕੋਈ ਨਹੀਂ। ਸਭ ਕਹਿੰਦੇ ਨੇ ਜੋ ਆਪਸ ਕੋ ਕਰਮਵੰਤ ਕਹਾਵੇ। ਆਪਸ ਕੋ ਦਾ ਮਤਲਬ ਹੈ ਆਪਣੇ ਆਪ ਨੂੰ ਜਿਹੜਾ ਕਹਿੰਦਾ ਮੈਂ ਚੰਗੇ ਕੰਮ ਕਰਨ ਵਾਲਾ, ਜਨਮ ਮਰੈ ਬਹੁ ਜੋਨ ਪ੍ਰਭਾਵੈ। ਉਹਨੂੰ ਸਤਿਗੁਰ ਕਹਿੰਦੇ ਨੇ ਉਹ ਇਹਦੇ ਤੇ ਵੀ ਹੰਕਾਰ ਕਰਕੇ ਬੈਠਾ ਹੈ। ਉਹ ਕਹਿੰਦਾ ਮੈਂ ਹੀ ਚੰਗਾ ਕਰਨਾ, ਬਾਕੀ ਕੋਈ ਥੋੜਾ ਚੰਗਾ ਕਰਦੇ ਨੇ। ਉਹ ਦੂਜਿਆਂ ਦੇ ਅਵਗੁਣ, ਅਸੀਂ ਅਵਗੁਣ ਲੱਭਣੇ ਆ ਨਾ ਸਾਧ ਸੰਗਤ। ਆਪਣੇ ਅੰਦਰ ਨੂੰ ਬੰਦਾ ਨਹੀਂ ਵੇਖਣਾ ਚਾਹੁੰਦਾ, ਆਪਣੇ ਅੰਦਰ ਦੇ ਗੁਣਾ ਤੇ ਅਵਗੁਣਾ ਦੀ ਪਰਖ ਨਹੀਂ ਵੇਖਦਾ, ਆਪਣੇ ਅੰਦਰ ਕੀ ਕੁਝ ਹੈ। ਹਮੇਸ਼ਾ ਦੂਜੇ ਦੀ ਗੱਲ ਕਰੇ, ਕਹੇਗਾ ਜੀ ਅੰਮ੍ਰਿਤ ਛਕ ਲੋ, ਕਿਉਂ ਨਹੀਂ ਛਕਦੇ ਜੀ? ਜਿਨ੍ਹਾਂ ਨੇ ਛਕਿਆ ਉਹ ਕਿਹੜਾ ਚੰਗਾ ਜੀਵਨ ਜੀਂਦੇ ਨੇ? ਮੈਂ ਵੇਖਿਆ ਸੀ ਫਲਾਣੇ ਗੁਰਦੁਆਰੇ ਦਾ ਸੇਵਾਦਾਰ, ਮੈਂ ਵੇਖਿਆ ਸੀ ਫਲਾਣੇ ਗੁਰਦੁਆਰੇ ਅੰਦਰ, ਉਹ ਸਿਰਫ ਦੂਜਿਆਂ ਦੇ ਅਵਗੁਣ ਲੱਭਣਗੇ। ਸੱਚ ਇਹ ਹੈ ਇਹਨਾਂ ਅੱਖਾਂ ਨਾਲ ਅਵਗੁਣ ਲੱਭੋਗੇ ਤੇ ਲੱਖਾਂ ਲੱਭਣਗੇ, ਗੁਣ ਲੱਭੋਗੇ ਤੇ ਤਾਂ ਵੀ ਲੱਖਾਂ ਲੱਭ ਜਾਣਗੇ। ਪਰ ਸਾਡੀ ਆਦਤ ਹੈ ਅਸੀਂ ਜਾਣਾ ਹੀ ਉਸ ਪਾਸੇ ਜਿੱਥੇ ਅਵਗੁਣ ਨੇ, ਕਿਉਂਕਿ ਮਨ ਉਜਤਾਂ ਕਰਦਾ ਨਾ ਅੰਦਰੋਂ, ਮਨ ਮਾਰਦਾ ਅੰਦਰੋਂ। ਮਨ ਕਹਿੰਦਾ ਨਹੀਂ ਉਹ ਚੀਜ਼ ਵੇਖ ਜਿਹੜੀ ਮੈਂ ਤੈਨੂੰ ਵੇਖਣ ਲਈ ਕਹਿਣਾ, ਇਸ ਕਰਕੇ ਚੰਗਾ ਨਹੀਂ ਵੇਖਦਾ। ਗੁਰਦੇਵ ਪਿਤਾ ਜੀ ਕਹਿੰਦੇ ਨੇ ਜਨਮ ਮਰੈ ਬਹੁ ਜੋਨ ਭਰਮਾਵੇ। ਸਤਿਗੁਰ ਕਹਿੰਦੇ ਨੇ ਉਹ ਜੰਮਦਾ ਤੇ ਮਰਦਾ ਹੈ, ਉਹ ਕਈ ਜੂਨਾਂ ਦੇ ਵਿੱਚ ਭਟਕ ਰਿਹਾ ਹੈ। ਇਸ ਮਨੁੱਖਾ ਜੀਵਨ ਦੇ ਅੰਦਰ ਕਈ ਜੂਨਾਂ ਵਿੱਚ ਭਟਕ ਰਿਹਾ, ਜਿਵੇਂ ਆਪਾਂ ਪਿੱਛੇ ਬਚਨ ਸਾਂਝਾ ਕੀਤਾ ਸਤਿਗੁਰ ਦਾ। ਇੱਕ ਜੂਨ ਨਹੀਂ, ਉਹ ਲੋਭ ਵਸ, ਜਿਹਨੂੰ ਪਾਤਸ਼ਾਹ ਕਹਿੰਦੇ ਨੇ ਲੱਭ ਕੁੱਤਾ, ਕੂੜ ਚੂਹੜਾ, ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ, ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ, ਇਹ ਮੇਰੇ ਰੱਬ ਜੀ ਆਹ ਕਰਮ ਨੇ ਮੇਰੇ,
ਮੈਨੂੰ ਆਪਣੇ ਕਰਮ ਹੀ ਆਪਣੇ ਅੰਦਰੋਂ ਨਜ਼ਰ ਨਹੀਂ ਆ ਰਹੇ। ਮੈਂ ਕਹਿੰਦਾ ਵੀ ਮੈਂ ਲੋਭ ਦੇ ਵਿੱਚ ਜੀ ਰਿਹਾ ਤੇ ਮੈਂ ਕਹਿੰਦਾ ਮੇਰੇ ਵਰਗਾ ਧਨੀ ਕੋਈ ਨਹੀਂ। ਪਰ ਸਤਿਗੁਰ ਕਹਿੰਦੇ ਨੇ ਤੂੰ ਤੇ ਕੁੱਤੇ ਦੀ ਸਵਾਣ ਦੀ ਨਿਆਈ ਜੀ ਰਿਹਾ ਹੈ। ਉਹਨੂੰ ਵੀ ਇੱਕ ਚੀਜ਼ ਮਿਲ ਜਾਏ। ਪਾਤਸ਼ਾਹ ਜੀ ਨੇ ਆਖਿਆ ਨਾ ਬਾਣੀ ਵਿੱਚ, ਚਾਕੀ ਚੱਟ ਹੈ ਚੂਨ ਖਾਹੇ। ਚੱਕੀ ਚੱਟਦਾ ਪਿਆ ਸੀ, ਜਿਹੜਾ ਉਹ ਕੱਪੜਾ ਸੀ ਚੱਕੀ ਦਾ ਜਿਹਦੇ ਨਾਲ ਸਾਫ਼ ਕੀਤੀ, ਉਹਨੂੰ ਵੀ ਚੁੱਕ ਕੇ ਲੈ ਗਿਆ। ਪਾਤਸ਼ਾਹ ਕਹਿੰਦੇ ਨੇ ਦੱਸ, ਨਾ ਇਹਦੀ ਚੱਕੀ ਨਾ ਇਹਦਾ ਕੱਪੜਾ, ਫਿਰ ਵੀ ਮਾਣ ਕਰ ਬੈਠਾ ਹੈ, ਚੱਕੀ ਦਾ ਕੱਪੜਾ ਹੀ ਚੁੱਕ ਕੇ ਟੁਰ ਪਿਆ। ਦਾਤਾਰ ਪਿਤਾ ਜੀ ਕਹਿੰਦੇ ਨੇ ਚਾਕੀ ਚੱਟ ਹੈ ਚੂੰਡ ਖਾਏ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਪਾਤਸ਼ਾਹ ਕਹਿੰਦੇ ਨੇ ਫਿਰ ਜਦੋਂ ਪਿੱਠ ਤੇ ਡੰਡਾ ਪਏਗਾ ਨਾ, ਦਾਤਾਰ ਪਿਤਾ ਕਹਿੰਦੇ ਨੇ ਫਿਰ ਤੈਨੂੰ ਸਮਝ ਆਏਗੀ ਵੀ ਨਹੀਂ ਮੈਂ ਕੀ ਕਰਨਾ ਪਿਆ। ਸਤਿਗੁਰ ਕਹਿੰਦੇ ਨੇ ਇਸੇ ਤਰ੍ਹਾਂ ਜਦੋਂ ਬੰਦੇ ਨੂੰ ਜੀਵਨ ਦੇ ਅੰਦਰ ਪੀੜਾ ਹੁੰਦੀ ਹੈ ਨਾ, ਫਿਰ ਬੰਦਾ ਕਹਿੰਦਾ ਮੈਂ ਕਿੱਥੇ ਖੜਾ ਹੋਇਆ। ਉਹ ਪਛਤਾਵਾ ਹੁੰਦਾ ਹੈ। ਪਰ ਉਸ ਪਛਤਾਵੇ ਦੇ ਵਿੱਚੋਂ ਵੀ ਵਿਰਲਾ ਹੀ ਬੰਦਾ ਹੁੰਦਾ ਜਿਹੜਾ ਸਮਝਦਾ। ਨਹੀਂ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਆਪਸ ਕੋ ਕਰਮੰਤ ਕਹਾਵੇ, ਜਨਮ ਮਰੈ ਬੋ ਜੋਨ ਭਰਮਾਵੇ, ਧਨ ਭੂਮ ਕਾ ਜੋ ਕਰੈ ਗੁਮਾਨ। ਜਿਹੜਾ ਧਨ ਦਾ, ਪੈਸਿਆਂ ਦਾ, ਭੂਮ ਦਾ, ਜ਼ਮੀਨ ਦਾ ਗੁਮਾਨ ਕਰਦਾ, ਅਹੰਕਾਰ ਕਰਦਾ, ਜਿੰਦੇ ਕੋਲ ਧਨ ਬਹੁਤ ਹੈ, ਜ਼ਮੀਨ ਬਹੁਤ ਹੈ, ਸਤਿਗੁਰ ਕਹਿੰਦੇ ਨੇ ਜਿਹਨੂੰ ਇਹਦਾ ਮਾਨ ਹੋ ਜਾਏ ਸੋ ਮੂਰਖ ਅੰਧਾ ਅਗਿਆਨ। ਉਹ ਮੂਰਖ ਹੈ, ਅਗਿਆਨੀ ਹੈ, ਅੰਨਾ ਹੈ। ਆਤਮਿਕ ਤੌਰ ਤੇ ਉਹਨੂੰ ਸੋਝੀ ਨਹੀਂ, ਉਹਨੂੰ ਪਤਾ ਨਹੀਂ ਜਿਸ ਭੂਮ ਦਾ ਮੈਂ ਮਾਣ ਕਰ ਰਿਹਾ, ਕਿੰਨੇ ਇਹ ਭੂਮ ਦਾ ਮਾਣ ਤੇ ਮੇਰੇ ਪਿਓ ਦਾਦੇ ਵੀ ਕਰਦੇ ਹੁੰਦੇ ਸਨ, ਉਹ ਵੀ ਨਹੀਂ ਰਹੇ। ਇਹ ਭੂਮ ਦਾ ਮਾਣ ਤੇ ਉਸ ਤੋਂ ਪਹਿਲਾਂ ਵੀ ਮੇਰੇ ਪਰਿਵਾਰ ਦੇ ਜੀ ਕਰਦੇ ਹੋਣਗੇ, ਪਰ ਉਹਨਾਂ ਦਾ ਨਾਂ ਵੀ ਮੈਨੂੰ ਚੇਤਾ ਨਹੀਂ ਹੈਗਾ। ਸਤਿਗੁਰ ਕਹਿੰਦੇ ਨੇ ਜਿਸ ਧਨ ਦਾ ਮੈਂ ਮਾਣ ਕਰਨਾ ਪਿਆ, ਮੈਨੂੰ ਪਤਾ ਹੀ ਨਹੀਂ ਕੱਲ ਸਵੇਰ ਤੱਕ ਮੇਰੇ ਕੋਲ ਰਹਿਣਾ ਵੀ ਹੈ ਕਿ ਨਹੀਂ ਵੀ ਰਹਿਣਾ, ਜਾਂ ਕੱਲ ਸਵੇਰ ਤੱਕ ਮੈਂ ਹੀ ਰਹਿਣਾ ਹੈ ਕਿ ਨਹੀਂ ਰਹਿਣਾ। ਦਾਤਾਰ ਪਿਤਾ ਕਹਿੰਦੇ ਨੇ ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ। ਸਤਿਗੁਰ ਕਿਰਪਾ ਕਰਕੇ ਜਦੋਂ ਕਿਸੇ ਦੇ ਅੰਦਰ ਗਰੀਬੀ ਭਾਵ ਨਿਮਰਤਾ ਦਾ ਸੁਭਾਅ, ਗਰੀਬੀ ਵਾਲਾ ਸੁਭਾਅ ਸਤਿਗੁਰ ਜਦੋਂ ਕਿਸੇ ਦੇ ਅੰਦਰ ਟਿਕਾ ਦਿੰਦੇ ਨੇ, ਇਹ ਉਹਦੀ ਕਿਰਪਾ ਤੋਂ ਬਿਨਾਂ ਨਹੀਂ ਬਣਦਾ। ਸਾਧ ਸੰਗਤ ਨਿਰੰਤਰ ਯਤਨ ਸਾਨੂੰ ਕਰਨਾ ਪਏਗਾ, ਕਿਰਪਾ ਮਾਲਕ ਦੀ ਹੈ। ਜਿਵੇਂ ਕੋਈ ਵੀ ਐਫਰਟ ਹੈ, ਜਦੋਂ ਬੰਦਾ ਉਹਦੇ 'ਚ ਨਿਰੰਤਰ ਯਤਨ ਕਰਦਾ ਹੈ ਤੇ ਫਿਰ ਉਸ ਕੀਤੇ ਹੋਏ ਐਫਰਟ ਦੇ ਬਦਲੇ ਉਹਦੇ ਜਿਹੜਾ ਕਰਮ ਹੈ, ਉਸ ਕੀਤੇ ਦੇ ਕਰਮ ਦੇ ਬਦਲੇ ਉਹਦਾ ਫਲ ਉਹਨੂੰ ਮਿਲਦਾ ਹੈ। ਇਸ ਤਰ੍ਹਾਂ ਜਦੋਂ ਅਸੀਂ ਲਗਾਤਾਰ ਯਤਨ ਕਰਾਂਗੇ, ਫਿਰ ਪਾਤਸ਼ਾਹ ਕਹਿੰਦੇ ਨੇ ਮਾਲਕ ਦੀ ਕਿਰਪਾ ਦਾ ਪਾਤਰ ਤੂੰ ਬਣੇਗਾ। ਤੇਰਾ ਅੰਦਰ ਵੀ ਨਿਮਰ ਹੋ ਜਾਏਗਾ, ਤੇਰੇ ਅੰਦਰ ਇਹ ਨਿਮਰਤਾ ਆ ਜਾਏਗੀ, ਤੇਰੇ ਅੰਦਰ ਇਹ ਹਲੀਮੀ ਆ ਜਾਏਗੀ, ਤੇਰੇ ਅੰਦਰ ਐਸੇ ਗੁਣ ਡਿੱਗ ਜਾਣਗੇ। ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ। ਨਾਨਕ ਜੀ ਤੂੰ ਇੱਥੇ ਆਤਮਿਕ ਤੌਰ ਤੇ ਮੁਕਤ ਹੋ ਜਾਏਗਾ, ਅੱਗੇ ਵੀ ਤੂੰ ਆਤਮਿਕ ਤੌਰ ਤੇ ਸੁਖੀ ਹੋ ਜਾਏਗਾ। ਭਾਵ ਇਹ ਹੈ ਇੱਥੇ ਤੈਨੂੰ ਕੋਈ ਬੰਧਨ ਨਹੀਂ ਰਹੇਗਾ। ਆ ਸਾਰੇ ਬੰਧਨ ਨੇ ਸਾਧ ਸੰਗਤ ਜੀ, ਹਉਮੈ ਦੇ ਬੰਧਨ, ਇਹ ਬੰਧਨ ਨੇ ਜਿਹੜੇ ਸਾਨੂੰ ਪਏ ਹੋਏ ਨੇ। ਇਹਨਾਂ ਬੰਧਨਾਂ ਤੋਂ ਮੁਕਤ ਹੋਣਾ ਤੇ ਮੁਕਤੀ ਹੈ। ਅਸੀਂ ਮੁਕਤੀ ਦੀ ਗੱਲ ਆਈ ਤੇ ਮਰਨ ਤੋਂ ਬਾਅਦ ਚਲੇ ਗਏ, ਸ਼ੱਕ ਨਹੀਂ ਜੀ ਉਹ ਮੁਕਤੀ ਹੈ। ਸਾਹਿਬ ਕਹਿੰਦੇ ਨਹੀਂ ਆ ਮੁਕਤ ਹੋਣਾ ਤੂੰ ਆਪਣੇ ਜੀਵਨ ਵਿੱਚ। ਜਦੋਂ ਇਸ ਮੁਕਤੀ ਨੂੰ ਪ੍ਰਾਪਤ ਕਰ ਲੇਗਾ ਫਿਰ ਅੱਗੇ ਸੁਖ ਪਾਵੇ, ਫਿਰ ਤੇਰੇ ਅੱਗੇ ਸੁਖ ਹੀ ਸੁਖ ਹੋਣਗੇ। ਅੱਗੇ ਸੁਖ ਮੇਰੇ ਮੀਤਾ, ਪਾਛੇ ਆਨੰਦ ਪ੍ਰਭ ਕੀਤਾ। ਸਤਿਗੁਰ ਕਿਰਪਾ ਕਰਨ, ਬਖਸ਼ਿਸ਼ ਕਰਨ। ਸਮੇਂ ਦੀ ਸਮਾਪਤੀ ਹੈ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਅੰਦਰੋਂ ਸ਼ਲੋਕ ਤੇ ਪਹਿਲੀ ਪੌੜੀ ਦੀ ਵਿਚਾਰ ਆਪਾਂ ਰਲ ਮਿਲ ਕੇ ਸਾਂਝੀ ਕੀਤੀ ਹੈ। ਦਾਤਾਰ ਪਿਤਾ ਜੀ ਮਿਹਰਮਤ ਕਰਨ, ਬਖਸ਼ਿਸ਼ ਕਰਨ। ਕੱਲ ਦਾ ਸਮਾਂ ਹੋਰ ਹੈ, ਅੱਗੇ ਜਿਵੇਂ ਸਤਿਗੁਰ ਜੀ ਕਿਰਪਾ ਕਰਨਗੇ ਰਲ ਮਿਲ ਕੇ ਇਹਨਾਂ ਪਾਵਨ ਬਚਨਾਂ ਨੂੰ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਆਓ ਅਖੀਰਲੀ ਪੰਕਤੀ ਨੂੰ ਇੱਕ ਵਾਰੀ ਰਲ ਮਿਲ ਕੇ ਪੜ੍ਹ ਲਈਏ। ਸਮਾਪਤੀ ਹੈ ਜੀ। ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਬਸਾਵੇ, ਨਾਨਕ ਇਹਾਂ ਮੁਕਤ ਆਗੈ ਸੁਖ ਪਾਵੇ। ਵਾਹਿਗੁਰੂ ਜੀ ਕਾ ਖਾਲਸਾ।